ਅਸੀਂ ਪੜਾਂਗੇ ਵਚਨ ਦੇ ਵਿੱਚੋਂ ਦੂਸਰਾ ਰਾਜਾ ਉਹਦਾ 4 ਅਧਿਆਏ ਉਹਦੀ 1 ਆਇਤ ਤੋਂ ਇੱਕ ਵਚਨ ਨੂੰ ਬੜੀ ਹੀ ਬਰੀਕੀ ਦੇ ਨਾਲ ਔਰ ਬੜੀ ਤਸੱਲੀ ਦੇ ਨਾਲ ਅਸੀਂ ਪੜਾਂਗੇ। ਔਰ ਇਸ ਤੋਂ ਪਹਿਲਾਂ ਕਿ ਅਸੀਂ ਵਚਨ ਪੜ੍ਹੀਏ, ਮੈਂ ਇੱਕ ਗੱਲ ਪੁੱਛਣੀ ਚਾਹਾਂਗਾ, ਜੇ ਕੌਣ ਚਾਹੁੰਦੇ ਸਾਡਾ ਧਿਆਨ ਪ੍ਰਭੂ ਯਿਸੂ ਮਸੀਹ ਦੇ ਵੱਲ ਲੱਗੇ? ਹਾਲੇਲੂਇਆ। ਤੇ ਕੌਣ ਚਾਹੁੰਦੇ ਘੜੀ ਵੱਲ ਲੱਗੇ? ਹਾਂਜੀ, ਘੜੀ ਨਹੀਂ ਦੇਖਣੀ ਅੱਜ ਤੁਸੀਂ। ਹਾਲੇਲੂਇਆ। ਮੈਨੂੰ ਨਹੀਂ ਪਤਾ ਮੈਂ ਕਿੰਨੀ ਦੇਰ ਬੋਲਣਾ, ਨਾ ਮੈਨੂੰ ਪਾਸਟਰ ਉਹਨੇ ਦੱਸਿਆ, ਲੇਕਿਨ ਇੱਕ ਗੱਲ ਪੱਕੀ ਹੈ ਪ੍ਰਭੂ ਦੇ ਆਤਮਾ ਦੀ ਅਗਵਾਈ ਦੇ ਅਨੁਸਾਰ ਕਿ ਤੁਹਾਨੂੰ ਪਤਾ ਨਹੀਂ ਲੱਗੂਗਾ ਕਿੰਨਾ ਟਾਈਮ ਹੋ ਗਿਆ। ਹਾਲੇਲੂਇਆ, ਹਾਲੇਲੂਇਆ। ਸੋ ਪੜਾਂਗੇ ਵਚਨ ਅਸੀਂ ਦੂਸਰਾ ਰਾਜਾ ਉਹਦਾ 4 ਅਧਿਆਏ ਉਹਦੀ 1 ਆਇਤ, ਔਰ ਇਹਦੇ ਨਾਲ ਪਹਿਲਾਂ ਪੜਾਂਗੇ ਦੂਸਰਾ ਕਰੰਥੀਓ ਉਹਦਾ 11 ਅਧਿਆਏ ਉਹਦੀ 2 ਔਰ 3 ਆਇਤ। ਸਾਰਿਆਂ ਨੂੰ ਆਵਾਜ਼ ਜੋ ਮੈਂ ਬੋਲ ਰਿਹਾ ਸਾਰਿਆਂ ਨੂੰ ਸ਼ਬਦ ਪ੍ਰੋਪਰ ਸੁਣਦੇ ਆ ਜੀ? ਮੇਰੇ ਖਿਆਲ ਦੇ ਨਾਲ ਤੇ ਇੱਕੋ ਘੱਟ ਕਰਾ ਦਿਓ। ਪਿੱਛੇ ਸਾਰਿਆਂ ਨੂੰ ਸ਼ਬਦ ਸੁਣਦਾ ਹੈ ਜੀ ਪੂਰਾ? ਕੋਈ ਟਕਰਾਉਂਦੀ ਤਾਂ ਨਹੀਂ ਆਵਾਜ਼? ਕਿਉਂਕਿ ਜੋ ਬੋਲਿਆ ਜੇ ਲੋਕਾਂ ਨੂੰ ਸੁਣਿਆ ਨਾ ਤੇ ਫਿਰ ਉਹਦਾ ਫਾਇਦਾ ਨਹੀਂ। ਹਾਲੇਲੂਇਆ। ਕੌਣ ਪੜ੍ਹੇਗਾ ਜੀ ਆਇਤ? ਕਿਸੇ ਨੂੰ ਮਾਈਕ ਦੇ ਦਿਓ। ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਿਹੀ ਅਣਖ ਹੈ, ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ। ਹਾਲੇਲੂਇਆ। ਖੁਦਾ ਦੇ ਦਾਸ ਦੀ ਇਹ ਕੁਆਲਿਟੀ ਹੋਣੀ ਚਾਹੀਦੀ ਹੈ। ਔਰ ਖੁਦਾ ਦੇ ਦਾਸ ਲਿਖਦਾ ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਿਹੀ ਅਣਖ ਹੈ। ਹਾਲੇਲੂਇਆ। ਕਿਹੋ ਜਿਹੀ ਅਣਖ ਹੈ ਜੀ? ਤੁਸੀਂ ਨਾਲ ਮੇਰੇ ਬੋਲਣਾ, ਫਿਰ ਮੈਨੂੰ ਪਤਾ ਲੱਗਣਾ ਤੁਸੀਂ ਸੁਣਦੇ ਹੋ, ਤੇ ਸੁਣਾਉਣ ਵਾਲੇ ਨੂੰ ਵੀ ਫਿਰ ਪਤਾ ਲੱਗਦਾ ਹੈ ਵੀ ਮੈਂ ਕੁਛ ਸੁਣਾ ਰਿਹਾ। ਜੇ ਤੁਸੀਂ ਅੱਗੇ ਰਿਸਪੌਂਸ ਨਹੀਂ ਦਿਓਗੇ ਫਿਰ ਮਜ਼ਾ ਨਹੀਂ ਆਉਂਦਾ। ਜਦੋਂ ਤੁਸੀਂ ਰਿਸਪੌਂਸ ਦਿੰਦੇ ਹੋ ਫਿਰ ਇਹ ਚੀਜ਼ ਇਸ ਚੀਜ਼ ਦਾ ਸਬੂਤ ਹੁੰਦੀ ਆ ਮੈਂ ਜੋ ਕਹਿ ਰਿਹਾ ਤੁਹਾਨੂੰ ਸਮਝ ਆ ਰਿਹਾ ਆ। ਹਾਲੇਲੂਇਆ। ਸੋ ਖੁਦਾ ਦਾ ਦਾਸ ਕਹਿੰਦਾ ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਦੀ ਅਣਖ ਜਿਹੀ ਆ। ਹਾਲੇਲੂਇਆ। ਜਿਵੇਂ ਪਰਮੇਸ਼ਵਰ ਆਪਣੀ ਕਲੀਸਿਆ ਦੇ ਲਈ ਅਣਖ ਰੱਖਦਾ ਆ, ਤਿਵੇਂ ਉਹਦੇ ਠਹਿਰਾਏ ਹੋਏ ਦਾਸ ਦੇ ਅੰਦਰ ਉਹਦੇ ਜਿਹੀ ਅਣਖ ਦਾ ਹੋਣਾ ਬੜਾ ਜ਼ਰੂਰੀ ਆ। ਹਾਲੇਲੂਇਆ। ਔਰ ਅਗਲੀ ਜਿਹੜੀ ਉਹ ਗੱਲ ਕਰਦਾ ਆ ਉਹ ਕਲੀਸਿਆ ਦੇ ਬਾਰੇ ਦੇ ਵਿੱਚ ਹੀ ਆ। ਅਸੀਂ ਪੜਾਂਗੇ ਤੁਹਾਡੇ ਲਈ ਮੇਰੀ ਅਣਖ ਕਿਹੋ ਜਿਹੀ? ਪਰਮੇਸ਼ਵਰ ਜਿਹੀ। ਹਾਂਜੀ, ਅੱਗੇ ਪੜਾਂਗੇ। ਆ ਬਾਕੀ ਮਾਈਕ ਬੰਦ ਕਰ ਦੇ, ਵਿੱਚ ਗੂੰਜ ਬੜੀ ਆ ਰਹੀ। ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ। ਇਸ ਲਈ ਜੋ ਮੈਂ ਇੱਕੋ ਹੀ ਪਤੀ ਦੇ ਨਾਲ ਤੁਹਾਡੀ ਕੁੜਮਾਈ, ਇੱਕੋ ਹੀ ਪਤੀ ਦੇ ਨਾਲ ਮੈਂ ਤੁਹਾਡੀ ਕੁੜਮਾਈ। ਅੱਜ ਸੰਸਾਰ ਦੇਖੋ ਬੜੇ ਪਤੀ ਲੈ ਕੇ ਫਿਰਦੇ ਆ, ਪਰ ਮਸੀਹੀ ਲੋਕਾਂ ਦੇ ਲਈ ਕੀ ਹੈ ਭਲਾ? ਇੱਕੋ ਹੀ ਹੈ। ਹਾਲੇਲੂਇਆ। ਦੂਸਰਾ ਕੋਈ ਹੈ ਹੀ ਨਹੀਂ। ਜ਼ਮੀਨ ਦੇ ਉੱਤੇ ਆਕਾਸ਼ ਦੇ ਹੇਠਾਂ ਕੋਈ ਦੂਸਰਾ ਨਾਮ ਨਹੀਂ। ਅਜੇ ਵੀ ਇਹ ਚੀਕਾਂ ਮਾਰਦਾ ਹੈ ਜੀ, ਥੋੜਾ ਇਹਨੂੰ ਸੈੱਟ ਕਰੋ। ਮੈਨੂੰ ਲੱਗਦਾ ਨਹੀਂ ਲੋਕਾਂ ਨੂੰ ਪ੍ਰੋਪਰ ਸੁਣ ਰਿਹਾ ਹੋਏਗਾ। ਹਾਲੇਲੂਇਆ। ਹਾਂਜੀ, ਹੁਣ ਠੀਕ ਹੈ ਮੇਰੇ ਖਿਆਲ ਦੇ ਨਾਲ। ਹਾਂਜੀ, ਮੈਂ ਇੱਕੋ ਹੀ ਪਤੀ ਦੇ ਨਾਲ ਤੁਹਾਡੀ ਕੁੜਮਾਈ ਕਰਵਾਈ ਆ। ਹਾਂਜੀ, ਅੱਗੇ ਪੜਾਂਗੇ। ਭਈ ਤੁਹਾਨੂੰ ਪਾਕ ਕੁਆਰੀ ਵਾਂਗੂ ਮਸੀਹ ਦੇ ਅਰਪਣ ਕਰਾਂ। ਬਸ ਜੀ, ਤੁਹਾਨੂੰ ਪਾਕ ਕੁਆਰੀ ਵਾਂਗੂ ਮਸੀਹ ਦੇ ਅਰਪਣ ਕਰਾਂ। ਇਹ ਇੱਕ ਮਿਸ਼ਨ ਆ ਖੁਦਾ ਦੇ ਸੇਵਕਾਂ ਦੇ ਅੱਗੇ। ਖੁਦਾ ਨੇ ਬੜਾ ਭਰੋਸਾ ਕਰਕੇ ਸਭ ਤੋਂ ਪਹਿਲਾਂ ਇੱਕ ਸੇਵਕ ਨੂੰ ਆਪਣੇ ਘਰ ਦੇ ਵਿੱਚ ਜਨਮ ਲੈਣ ਦਾ ਮੌਕਾ ਦਿੱਤਾ, ਫਿਰ ਉੱਤੇ ਭਰੋਸਾ ਜਤਾਇਆ ਤੇ ਨਵਾਂ ਜਨਮ ਪਾਏ ਹੋਏ ਉਹਦੇ ਘਰਾਣੇ ਦੇ ਲੋਕਾਂ ਨੂੰ ਉਹਦੇ ਹਵਾਲੇ ਕੀਤਾ, ਤਾਂ ਕਿ ਉਹ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਇੱਕ ਵਿਸ਼ਵਾਸੀ, ਇੱਕ ਇਮਾਨਦਾਰ ਨੂੰ ਉਸੇ ਤਰ੍ਹਾਂ ਪਵਿੱਤਰ ਕਰਕੇ ਜਿਵੇਂ ਪਰਮੇਸ਼ਵਰ ਆਪ ਪਵਿੱਤਰ ਆ, ਉਸੇ ਤਰ੍ਹਾਂ ਪਵਿੱਤਰ ਕਰਕੇ ਉਹਦੇ ਅੱਗੇ ਪੇਸ਼ ਕਰੇ। ਹਾਲੇਲੂਇਆ। ਲੇਕਿਨ ਸਿਸਟਮ ਅਸੀਂ ਦੇਖਦੇ ਹਾਂ ਕੁਝ ਹੋਰ ਹੋ ਗਿਆ। ਔਰ ਹੁਣ ਆ ਜਾਂਦੇ ਹਾਂ ਦੂਸਰਾ ਰਾਜਾ ਉਹਦਾ 4 ਅਧਿਆਏ ਉਹਦੀ ਪਹਿਲੀ ਆਇਤ ਤੋਂ ਪੜਾਂਗੇ ਅਸੀਂ। ਨਬੀਆਂ ਦਿਆਂ ਪੁੱਤਰਾਂ ਦੀਆਂ ਤੀਵੀਆਂ ਵਿੱਚੋਂ ਇੱਕ ਜਣੀ ਨੇ ਅਲੀਸ਼ਾ ਅੱਗੇ ਦੁਹਾਈ ਦਿੱਤੀ, ਭਈ ਤੇਰਾ ਦਾਸ ਮੇਰਾ ਪਤੀ ਮਰ ਗਿਆ ਹੈ। ਰੁਕਾਂਗੇ ਜੀ। ਨਬੀਆਂ ਦੇ ਪੁੱਤਰਾਂ ਦੇ ਵਿੱਚੋਂ
एक जनी ने, अलीशा, ये भी नबी है, जिहड़ी औरत दुहाई लैके आई है वह भी नबियां दे घराने दी है। नबियां दे घराने दी एक औरत एक दूसरे नबी दे कोल एक फरियाद लैके आई है। और अज देखना असी नबियां दियां किस्मां और किवें एक नबी दी पहचान हुंदी है। और जिन्नी देर तक नबी दी पहचान ना होवे असी कदी सही परमेश्वर दी भी पहचान नहीं कर सकते। सो जदों खुदा अपने आप नूं प्रगट करदा, लिखिया वचन दे विच, खुदावंद खुदा ने कुछ भी करना होवे, कुछ भी, जिन्नी देर तक वो अपने नबियां उत्ते उन्होंने प्रगट ना करे वो अगे वधदा नहीं। हालेलुया। ते नबियां उत्ते जो प्रगट किया होवे जे असी सुनीए ना तो फिर असी नबी दी नहीं बल्कि खुदावंद खुदा दी गल नूं ठुकराउंदे हैं, खुदावंद खुदा दी गल दा निरादर करते हैं। सो नबी जो कह दवे खुदावंद खुदा वो कर दिंदा आ, क्योंकि वचन च लिखिया सैमुअल नबी दे मुख चों निकलण वाले किसी भी शब्द नूं परमेश्वर ने मिट्टी दे विच मिलन नहीं दिता। सो एक नबी दी परमेश्वर दी नज़र दे विच इन्नी इज्जत है। और इत्थे असीं वचन पढ़दे हां, नबियां दे घराणियां दे विचों नबियां दे पुत्रां दी एक तीवीं ने आके अलीशा नबी दे अगे दुहाई दिती। और दुहाई की आ, तेरा दास मेरा पति मर गया है, तेरा दास मेरा पति मर गया है। और सुना कि हुण इत्थों वचन की कहता है ये विषय कि ये नबियां दा घराना है और ये मर गया है। और ये औरत हुण फरियाद लैके जदों आउंदी आ ते दसदी है, तेरा दास मेरा पति मर गया अते तू जानदा है भाई तेरा दास यहोवा दा भै मनदा सी। की करदा सी बोलो जी? ये जिहदी पत्नी दुहाई लैके आई ना, पत्नी गवाही दे रही है कि वो परमेश्वर दा भै मनदा सी। ये सच है जी कि वो परमेश्वर दा भै मनदा सी। हाँ जी, वचन च तो इदां लिखिया भी वो परमेश्वर दा भै मनदा सी। और फिर मैं पूछांगा पिछे सारे जिहड़े सुन रहे, आवाज़ साफ आ रही तुहानूं? हाँ जी, सुन रहा? कोई शब्द विचों मिस तो नहीं हो रहा? शुक्र है खुदा दा। तेरा दास मेरा पति मर गया आ, वो तू जानदा आ भई वो परमेश्वर दा भै मनदा सी। अगलियां वरसां हुण देख लैंदे आ भी मनदा सी कि नहीं। हाँ जी, पढ़ांगे जल्दी जल्दी। हुण लैणदार मेरे दो पुत्रां नूं अपने बरदे बनाउण लई लैण आया है। हुण लैणदार मेरे दोने पुत्रां नूं अपने गुलाम बनाउण दे लई लैण आए आ। कौन आया जी? बोलो सारे ने, कौन आया? कौन आया जी? उपरियां लाइनां सी पढ़ियां, तेरा दास मेरा पति परमेश्वर दा डर मनदा सी। ये डर हुण प्रगट हो रहा किन्ना क मनदा सी, किन्ना को मनदा सी। कहंदी हुण लैणदार जिन्हां ने करजा लेना वो आए आ भी मेरे दोने पुत्रां नूं लै जाण ते उन्हां नूं अपना गुलाम करके रखण। परमेश्वर ने वचन दे विच एक वायदा कीता और वो वायदा ये आ, विवस्था के युग दे विच परमेश्वर वायदा करदा, वायदा ये आ जिहड़ा मेरा भै मनदा, जिहड़ा मेरे राहां दे उत्ते चलदा, उन्हां दे बारे हुक्म दिता परमेश्वर ने, तुसीं बहुतियां कौमां नूं करजा दोवोगे, करजा लओगे, करजा लओगे। तो हुण आ जाइए इस साडी भैन दे उत्ते की कहंदी जी? कहंदी तेरा दास मेरा पति परमेश्वर दा की मनदा सी ते भै मनण वालियां दे लई हुक्म आ वो कदे किसी दे कर्जदार होणगे। ते जे वो किसी दे कर्जदार हुंदे आ, इहदा सीधा सीधा फिर दूसरा अर्थ जदों असीं व्यवस्था सार 28 अध्याय पढ़ते हैं
ਉੱਥੇ ਦੋ ਚੀਜ਼ਾਂ ਪਰਮੇਸ਼ਵਰ ਨੇ ਰੱਖੀਆਂ, ਜੇ ਹੁਕਮ ਮੰਨੋਗੇ ਤੇ ਆਹ ਕੁਛ ਆ, ਜੇ ਹੁਕਮ ਨਹੀਂ ਮੰਨੋਗੇ ਤੇ ਆਹ ਕੁਛ। ਯਾਨੀ ਹਰੇਕ ਦਾ ਇੱਕ ਨੈਗੇਟਿਵ ਤੇ ਇੱਕ ਪੋਜ਼ਿਟਿਵ ਆ। ਪੋਜ਼ਿਟਿਵ ਤੇ ਹੁਣ ਇਹ ਹੈ ਵੀ ਜੇ ਮੰਨੋਗੇ ਤੇ ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ਾ ਦਵੋਗੇ, ਤੇ ਜੇ ਨਹੀਂ ਮੰਨੋਗੇ ਤੇ ਫਿਰ ਬਹੁਤੀਆਂ ਕੌਮਾਂ ਦੇ ਕਰਜ਼ਦਾਰ। ਪਰ ਇਹ ਹੁਕਮ ਕਲੀਸਿਆ ਦੇ ਲਈ ਨਹੀਂ, ਇਹ ਹੁਕਮ ਇਸਰਾਇਲ ਦੇ ਲਈ ਹੈ। ਹਾਲੇਲੂਇਆ। ਜਿਹੜਾ ਕਰਜ਼ਾ ਦੇਣ ਦਾ ਹੁਕਮ ਆ ਕਿਹਨਾਂ ਦੇ ਲਈ ਹੈ ਭਲਾ? ਇਹ ਮਸੀਹੀ ਲੋਕਾਂ ਦੇ ਲਈ ਨਹੀਂ ਹੈ। ਅਜੇ ਤੱਕ ਲੋਕਾਂ ਨੂੰ ਇਹ ਵੀ ਨਹੀਂ ਸਮਝ ਆਇਆ ਵੀ ਇਸਰਾਇਲ ਦੇ ਨਾਲ ਵਾਅਦੇ ਹੋ ਰਿਹਾ ਤੇ ਨਵਾਂ ਜਨਮ ਪਾਏ ਹੋਏ ਲੋਕਾਂ ਦੇ ਨਾਲ ਵਾਅਦੇ ਹੋ ਰਿਹਾ। ਇਸਰਾਇਲ ਦੇ ਨਾਲ ਇਸ ਧਰਤੀ ਦੇ ਸਾਰੇ ਵਾਅਦੇ ਆ, ਨਵਾਂ ਜਨਮ ਪਾਏ ਹੋਇਆਂ ਦੇ ਨਾਲ ਉਸ ਧਰਤੀ ਦੇ ਸਾਰੇ ਵਾਅਦੇ ਆ। ਹਾਲੇਲੂਇਆ। ਉਹਦੇ ਬਾਰੇ ਅਸੀਂ ਕੁਲਸੀਆਂ 3 ਖੱਤ ਦੇ ਵਿੱਚ ਪੜ੍ਹ ਸਕਦੇ ਹਾਂ, ਜੋ 3 ਅਧਿਆਇ ਨੂੰ ਪੜ੍ਹਦੇ ਹਾਂ, ਕਿ ਤੁਸੀਂ ਉਤਾਹਾਂ ਦੀਆਂ ਚੀਜ਼ਾਂ ਉੱਤੇ ਚਿੱਤ ਲਾਓ ਜਿੱਥੇ ਯਿਸੂ ਮਸੀਹ ਪਰਮੇਸ਼ਵਰ ਦੇ ਸੱਜੇ ਹੱਥ ਵਿਰਾਜਮਾਨ ਆ, ਉਤਨੀਆਂ ਚੀਜ਼ਾਂ ਉੱਤੇ ਚਿੱਤ ਲਾਉਣਾ। ਸੋ ਸਾਡਾ ਨਵਾਂ ਜਨਮ ਪਾਏ ਹੋਇਆਂ ਦਾ ਸਾਰਾ ਧਿਆਨ ਕਿੱਧਰ ਆ? ਉਸ ਸਵਰਗ ਦੇ ਵੱਲ ਆ, ਉਸ ਤੀਸਰੇ ਆਕਾਸ਼ ਦੇ ਵੱਲ ਆ, ਜਿੱਥੇ ਪ੍ਰਭੂ ਯਿਸੂ ਮਸੀਹ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਆ, ਜਿੱਥੇ ਉਹ ਉਸ ਆਉਣ ਵਾਲੇ ਨਵੇਂ ਧਰਤੀ ਤੇ ਨਵੇਂ ਆਕਾਸ਼ ਦੀ ਤਿਆਰੀ ਦੇ ਵਿੱਚ ਆ। ਹਾਲੇਲੂਇਆ। ਸੋ ਇਹ ਕਹਿੰਦੀ ਹੈ ਵੀ ਤੇਰਾ ਦਾਸ ਮੇਰਾ ਪਤੀ ਮਰ ਗਿਆ ਸੀ, ਹੁਣ ਲੈਣਦਾਰ ਆਏ ਆ ਵੀ ਉਹਨਾਂ ਨੂੰ ਲੈ ਜਾਣ ਤੇ ਆਪਣੇ ਗੁਲਾਮ ਬਣਾਉਣ। ਅੱਗੇ ਪੜਾਂਗੇ ਜੀ। ਹੁਣ ਤਾਂ ਅਲੀਸ਼ਾ ਨੇ ਉਸ ਨੂੰ ਆਖਿਆ, ਮੈਂ ਤੇਰੇ ਲਈ ਕੀ ਕਰਾਂ? ਹਾਂਜੀ, ਹੁਣ ਅਲੀਸ਼ਾ ਨੇ ਕੋਈ ਉਹਦੇ ਪਰਦੇ ਨਹੀਂ ਚੁੱਕੇ ਵੀ ਉਹ ਭੈ ਮੰਨਦਾ ਸੀ ਕਿ ਨਹੀਂ ਮੰਨਦਾ ਸੀ, ਜਾਂ ਉਹਦੇ ਵਿੱਚ ਕੁਝ ਗਲਤੀ ਸੀ ਕਿ ਨਹੀਂ ਸੀ, ਕਿਉਂਕਿ ਚਲਾ ਗਿਆ ਨਾ, ਨਿਕਲ ਗਿਆ। ਇਸ ਕਰਕੇ ਅਲੀਸ਼ਾ ਚਾਹੁੰਦਾ ਨਹੀਂ ਵੀ ਹੁਣ ਉਹਦੀ ਪਤਨੀ ਨੂੰ ਮਾਯੂਸ ਕੀਤਾ ਜਾਵੇ। ਮੈਂ ਦੇਖਦਾ ਅੱਜ ਵੀ ਬੜੇ ਸਾਰੇ ਹਾਲਾਤ ਅਸੀਂ ਐਸੇ ਦੇਖਦੇ ਹਾਂ ਕਿ ਕਈ ਨਬੀ ਅੱਜ ਵੀ ਐਸੇ ਚਲਾਕ ਆ, ਜਿੱਥੇ ਉਹ ਸੰਗਤ ਨੂੰ ਤੇ ਮੂਰਖ ਬਣਾ ਕੇ ਰੱਖਦੇ ਆ, ਉਹ ਆਪਣੇ ਘਰਦਿਆਂ ਤੱਕ ਨੂੰ ਨਹੀਂ ਪਤਾ ਲੱਗਣ ਦਿੰਦੇ। ਤੇ ਇਹ ਆਪਣੀ ਪਤਨੀ ਦੇ ਅੱਗੇ ਇੱਕ ਬੜਾ ਹੀ ਨੇਕ, ਸ਼ਰੀਫ ਤੇ ਬੜਾ ਹੀ ਸੱਚਾ ਭਗਤ ਸੀ। ਇਹਦੀ ਪਤਨੀ ਵੀ ਨਹੀਂ ਸੀ ਜਾਣਦੀ ਵੀ ਇਹਦਾ ਖੁਦਾ ਦੇ ਨਾਲ ਰਿਸ਼ਤਾ ਨਹੀਂ ਹੈਗਾ। ਇਹ ਸਿਰਫ ਉੱਪਰੋਂ ਦਿਖਾਵੇ ਦੇ ਲਈ ਖੁਦਾ ਦਾ ਨਾਮ ਲੈਂਦਾ ਹੈ, ਅੰਦਰ ਇਹਦੇ ਕੁਛ ਵੀ ਨਹੀਂ ਆ। ਇਸੇ ਲਈ ਉਹ ਅਲੀਸ਼ਾ ਦੇ ਕੋਲ ਆ ਕੇ ਕਹਿ ਰਹੀ ਹੈ। ਉਹਨੂੰ ਵੀ ਇਹਨੇ ਪਤਾ ਲੱਗਣ ਦਿੱਤਾ ਨਹੀਂ, ਪਰ ਹੁਣ ਖੁਦਾ ਦਾ ਦਾਸ ਜਿਹੜਾ ਸੱਚਾ ਨਬੀ ਆ, ਉਹ ਹੁਣ ਉਸ ਬੰਦੇ ਦੇ ਬਾਰੇ ਕੋਈ ਜ਼ਿਆਦਾ ਗੱਲ ਕਰਨੀ ਨਹੀਂ ਚਾਹੁੰਦਾ, ਬਲਕਿ ਸਿੱਧਾ ਇਸ ਔਰਤ ਦੇ ਨਾਲ ਹੁਣ ਗੱਲ ਕਰ ਰਿਹਾ, ਕਿਉਂਕਿ ਅਲੀਸ਼ਾ ਜਾਣਦਾ ਆ ਕਿ ਉਹਦਾ ਜੀਵਨ ਕਿਹੋ ਜਿਹਾ ਆ। ਪਰ ਹੁਣ ਅਲੀਸ਼ਾ ਦੇਖਣਾ ਚਾਹੁੰਦਾ ਆ ਉਹਦਾ ਤੇ ਜਿੱਦਾਂ ਦਾ ਸੀ ਉਹ ਸੀ, ਤੇ ਉਹਦੀ ਸਜ਼ਾ ਉਹਨੂੰ ਮਿਲ ਗਈ। ਕਰਜ਼ੇ ਦੇ ਵਿੱਚ, ਲਾਨਤ ਦੇ ਵਿੱਚ ਮਰਿਆ ਆ, ਇਸ ਲਈ ਉਹ ਖੁਦਾ ਦਾ ਨਬੀ ਨਹੀਂ। ਔਰ ਹੁਣ ਨਵੇਂ ਜਨਮ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਆਪਣੀਆਂ ਘਰ ਦੀਆਂ ਕੰਧਾਂ ਦੇ ਉੱਤੇ ਜਾ ਕੇ ਲਿਖ ਲਈਓ, ਅਗਰ ਤੁਸੀਂ ਕਰਜ਼ਦਾਰ ਹੋ, ਨਵਾਂ ਜਨਮ ਪਾਇਆ, ਤੌਬਾ ਕੀਤੀ, ਬਪਤਿਸਮਾ ਲਿਆ ਆ, ਤੁਸੀਂ ਚਰਚ ਰੂਟੀਨ 'ਚ ਆਉਂਦੇ ਹੋ, ਪਵਿੱਤਰ ਆਤਮਾ ਦੇ ਵਿੱਚ ਦੁਆ ਕਰਦੇ ਹੋ, ਗੈਰ ਜ਼ਬਾਨ ਅੰਨੇ ਭਾਸ਼ਾ ਬੋਲਦੇ ਹੋ, ਸਭ ਕੁਛ ਨੇਕ ਕੰਮ ਸਭ ਕੁਛ ਕਰਦੇ ਹੋ, ਅਗਰ ਤੁਹਾਡੀ ਮੌਤ ਕਰਜ਼ੇ ਦੇ ਵਿੱਚ ਹੋ ਜਾਂਦੀ ਹੈ, ਤੁਸੀਂ ਕਦੇ ਵੀ ਉਸ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਹਰੇਕ ਮਸੀਹੀ ਨੂੰ ਇਹ ਗੱਲ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ। ਵਚਨ ਦੇ ਅਨੁਸਾਰ ਕਹਿ ਰਿਹਾ, ਜਿਸ ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਇਸ ਧਰਤੀ ਉੱਤੇ ਆ ਕੇ 1000 ਸਾਲ ਦਾ ਰਾਜ ਕਰਨਾ ਆ, ਉਹਦੇ ਨਾਲ ਬੈਠ ਕੇ ਇਸ ਧਰਤੀ ਉੱਤੇ ਜਦੋਂ ਦੁਬਾਰਾ ਵਾਪਸ ਆਈਏ, ਤੇ ਭਾਈ ਜੀ ਹੁਣਾਂ ਦਾ ਦੇਣਾ ਹੋਵੇ ਮੈਂ ਕਰਜ਼ਾ, ਤੇ ਉਹਦੇ 5 ਖੂਬੀਆਂ ਪਰਮੇਸ਼ਵਰ ਦੀਆਂ, ਤੇ ਉਹ 5 ਖੂਬੀਆਂ ਕਲੀਸਿਆ ਦੇ ਵਿੱਚ ਉਹ ਚਾਹੁੰਦਾ ਆ। ਪਰਮੇਸ਼ਵਰ ਸਰਵ ਸ਼ਕਤੀਮਾਨ, ਸਰਵ ਗਿਆਨੀ, ਸਰਵ ਵਿਆਪੀ, ਧਰਮੀ ਤੇ ਨਿਆਈ। ਇਸ ਲਈ ਵਚਨ 'ਚ ਲਿਖਿਆ, ਤੁਸੀਂ ਇੱਕ ਦੂਸਰੇ ਦੇ ਜਾਂ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਕੱਲ ਨੂੰ ਜਿਹਦੇ ਅੱਗੇ ਆ ਕੇ ਜਿਹਦੇ ਉੱਤੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਧਰਮ ਦੇ ਰਾਜ ਦੀ ਹਕੂਮਤ ਕਰਾਉਣੀ ਆ, ਉਹ ਬੰਦੇ ਦਾ ਤਾਂ ਮੈਂ ਕਰਜ਼ਾ ਦੇਣਾ, ਉਹਦਾ ਕਰਜ਼ਾ ਲੈ ਕੇ ਤਾਂ ਮੈਂ ਮਰ ਗਿਆ। ਇਹਦਾ ਮਤਲਬ ਮੈਂ ਨਿਆਏ ਦੇ ਸਿਸਟਮ ਦੇ ਵਿੱਚ ਬਹਿੰਦਾ ਫਿੱਟ ਨਹੀਂ ਹੈ। ਪਰਮੇਸ਼ਵਰ ਆਪਣੀ ਆਦਤ ਨੂੰ ਹੀ ਸਮਝਾਉਂਦਾ ਹੈ। 613 ਹੁਕਮ ਇਸਰਾਏਲੀਆਂ ਨੂੰ ਜਦੋਂ ਦੇ ਕੇ ਮੂਸਾ ਨੂੰ ਕਿਹਾ, ਕਹਿੰਦਾ ਪੜ੍ਹ ਕੇ ਸੁਣਾ ਦੇ, ਇਹਨਾਂ ਦੇ ਅੰਦਰ ਕੋਈ ਭੁਲੇਖਾ ਨਾ ਰਹਿ ਜਾਵੇ। ਇਹ ਵਿਵਸਥਾ ਨਹੀਂ ਮੇਰੀ ਆਦਤ ਆ, ਇਹ ਵਿਵਸਥਾ ਨਹੀਂ ਮੇਰੀ ਚਾਹਤ ਆ, ਇਹ ਵਿਵਸਥਾ ਨਹੀਂ, ਮੇਰੇ ਨਾਲ ਚੱਲਣ ਦਾ ਇੱਕ ਨਿਯਮ ਆ
ਇਹਨਾਂ ਨੂੰ ਪੜ੍ਹ ਕੇ ਸੁਣਾ ਤੇ ਇਹਨਾਂ ਦੇ ਕੋਲੋਂ ਮੂੰਹ ਇਕਰਾਰ ਕਰ ਵੀ ਇਹਨਾਂ ਨੂੰ ਮਨਜ਼ੂਰ ਆ। ਅਗਰ ਤੇ ਉਦੋਂ ਹੀ ਕਹਿ ਦਿੰਦੇ ਇਹ ਵੀ ਨਾ ਮੂਸਾ ਪਰਮੇਸ਼ਵਰ ਨੂੰ ਜਾ ਕੇ ਕਹਿ ਦੇ, ਇਨਕਾਰ ਕਰਦੇ, ਅਸੀਂ ਨਹੀਂ ਚੱਲ ਸਕਦੇ। ਕਿਉਂਕਿ ਅੱਗੇ ਆ ਕੇ ਯਿਸੂ ਮਸੀਹ ਨੇ ਕਿਹਾ ਉਹ ਕਿਹੜਾ ਇਨਸਾਨ ਹੈ ਜਿਹੜਾ ਬੁਰਜ ਬਣਾਉਣ ਤੋਂ ਪਹਿਲਾਂ ਉਹਦਾ ਹਿਸਾਬ ਨਾ ਲਾਵੇ। ਤੇ ਅੱਜ ਅਸੀਂ ਵੀ ਨਵਾਂ ਜਨਮ ਪਾਇਆ, ਇਸ ਲਈ ਬੁਰਜ ਬਣਾਉਣ ਤੋਂ ਪਹਿਲਾਂ ਹਿਸਾਬ ਲਾ ਕੇ ਆਉਣਾ ਚਾਹੀਦਾ ਸੀ ਕਿ ਅਸੀਂ ਚੱਲ ਸਕਦੇ ਹਾਂ ਕਿ ਨਹੀਂ ਚੱਲ ਸਕਦੇ। ਸੋ ਵਚਨ ਦੀ ਬਰੀਕੀ ਦੇ ਵਿੱਚ ਜਦੋਂ ਜਾਂਦੇ ਹਾਂ ਤਾਂ ਫਿਰ ਅਸੀਂ ਦੇਖਾਂਗੇ ਕਿ ਉਹਨਾਂ ਨੂੰ ਵੀ ਉਹਨੇ ਪੜ੍ਹ ਕੇ ਸੁਣਾਇਆ, ਤੇ ਜਦੋਂ ਪੜ੍ਹ ਕੇ ਸੁਣਾਇਆ ਤਾਂ ਉਹਨਾਂ ਨੇ ਹੱਥ ਖੜੇ ਕਰਕੇ ਇਕਰਾਰ ਕੀਤਾ ਸਾਨੂੰ ਇਹ ਨਿਯਮ ਕਬੂਲ ਆ, ਸਾਨੂੰ ਮਨਜ਼ੂਰ ਆ ਤੇ ਅਸੀਂ ਇਸੇ ਦੇ ਅਨੁਸਾਰ ਚੱਲਾਂਗੇ ਵੀ। ਤੇ ਫਿਰ ਚੱਲ ਕੋਈ ਸਕਿਆ ਤੇ ਰਸਤੇ ਦੇ ਵਿੱਚ ਹੀ ਮਾਰ ਦਿੱਤੇ। ਕੋਈ ਉਸ ਵਾਅਦੇ ਦੀ ਧਰਤੀ ਉੱਤੇ ਨਹੀਂ ਪਹੁੰਚਿਆ। ਯੋਸ਼ੂਆ, ਕਲੇਬ ਤੇ ਨਵੀਂ ਜਨਰੇਸ਼ਨ ਤੋਂ ਇਲਾਵਾ, ਨਵਾਂ ਜਨਮ ਪਾਏ ਹੋਏ ਤੋਂ ਇਲਾਵਾ ਕੋਈ ਨਹੀਂ ਪਹੁੰਚਿਆ। ਸੋ ਉਸੇ ਤਰ੍ਹਾਂ ਹੀ ਹੋਣੇ ਆ ਸਿਸਟਮ। ਸੋ ਦੇਖਦੇ ਆ, ਕਹਿੰਦਾ ਵੀ ਹੁਣ ਤੂੰ ਦੱਸ ਵੀ ਮੈਂ ਤੇਰੇ ਲਈ ਕੀ ਕਰਾਂ। ਉਹਦੀ ਛੱਡ ਦੇ ਹੁਣ, ਤੂੰ ਦੱਸ ਮੈਂ ਤੇਰੇ ਵਾਸਤੇ ਕੀ ਕਰਾਂ, ਕਿਤੇ ਤੂੰ ਵੀ ਤੇ ਉਹਦੇ ਵਰਗੀ ਨਹੀਂ। ਤੇ ਹੁਣ ਇਹਦੇ ਕੋਲੋਂ ਅਲੀਸ਼ਾ ਦਾ ਇਹ ਸਵਾਲ ਬੜੇ ਸਾਰੇ ਅੱਗਿਓਂ ਜਵਾਬਾਂ ਨੂੰ ਜਨਮ ਦਿੰਦਾ ਹੈ ਤੇ ਬੜੇ ਸਾਰੇ ਸਵਾਲ ਇਹਦੇ ਵਿੱਚੋਂ ਨਿਕਲਣਗੇ ਜਿਹੜੇ ਅੱਗੇ ਜਾ ਕੇ ਅਸੀਂ ਪੜਾਂਗੇ। ਕਹਿੰਦਾ ਮੈਨੂੰ ਦੱਸ ਮੈਂ ਤੇਰੇ ਲਈ ਕੀ ਕਰਾਂ। ਹਾਲੇਲੂਇਆ। ਮੈਂ ਤੇਰੇ ਲਈ ਕੀ, ਬੋਲੋ ਸਾਰੇ ਨੇ, ਮੈਂ ਤੇਰੇ ਲਈ ਕੀ। ਅੱਜ ਪ੍ਰਭੂ ਤੁਹਾਡੇ ਕੋਲ ਪੁੱਛ ਰਿਹਾ ਮੈਂ ਤੁਹਾਡੇ ਲਈ ਕੀ। ਹਾਲੇਲੂਇਆ। ਤੇ ਹੁਣ ਜਿਹਦੇ ਲਈ ਉਹਨੇ ਕੁਝ ਕਰਨਾ ਆ ਉਹਦੇ ਲਈ ਇੱਕ ਸਵਾਲ ਆ, ਤੇ ਪੜਾਂਗੇ ਅਗਲੀ ਲਾਈਨ ਜੀ। ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ। ਮੈਨੂੰ ਦੱਸ ਤੇਰੇ ਕੋਲ ਘਰ ਦੇ ਵਿੱਚ, ਮੈਨੂੰ ਦੱਸ ਤੇਰੇ ਕੋਲ ਘਰ ਦੇ ਵਿੱਚ ਕੀ ਹੈ। ਤੇ ਵਚਨ ਦੱਸਦਾ ਜਿਸਕੇ ਪਾਸ ਹੈ ਉਸੇ ਦਿਆ। ਬੋਲੋ ਸਾਰੇ, ਜਿਹਦੇ ਕੋਲ ਕੁਝ ਹੈ ਉਹਨੂੰ, ਤੇ ਜਿਹਦੇ ਕੋਲ ਨਹੀਂ ਹੈਗਾ ਉਹਦੇ ਕੋਲ ਉਹ ਵੀ। ਆ ਜਿਹੜਾ ਚਲੇ ਗਿਆ ਨਾ, ਜਿਹਦਾ ਕਹਿੰਦੀ ਦਾਸ ਬੜਾ ਭੈ ਮੰਨਦਾ ਸੀ, ਉਹਦੇ ਵਿੱਚ ਕੁਝ ਹੈ ਨਹੀਂ ਸੀ, ਇਸ ਲਈ ਗਿਆ। ਜਿਹੜਾ ਸੀ ਉਹ ਵੀ ਪਰਮੇਸ਼ਵਰ ਨੇ ਵਾਪਸ ਲੈ ਲਿਆ, ਉਹ ਉਹਦੇ ਸਾਹ ਹੀ ਸੀ, ਬਾਕੀ ਤੇ ਕੁਝ ਉਹਦੇ ਵਿੱਚ ਹੈ ਨਹੀਂ ਸੀ। ਹੁਣ ਇਹਨੂੰ ਕਹਿੰਦਾ ਮੈਨੂੰ ਦੱਸ ਤੇਰੇ ਕੋਲ ਘਰ ਦੇ ਵਿੱਚ ਕੀ ਹੈ। ਤੇ ਵਚਨ ਕਹਿੰਦਾ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਵੇਗਾ। ਤੇ ਅੱਗੇ ਇਹਦਾ ਜਵਾਬ ਪੜਾਂਗੇ ਔਰਤ ਦਾ ਕੀ ਹੈ। ਉਹ ਬੋਲੀ ਤੇਰੀ ਟਹਿਲਣ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨਾਂ ਕੁਝ ਵੀ ਨਹੀਂ। ਤੇਰੀ ਟਹਿਲਣ ਦੇ ਘਰ ਦੇ ਵਿੱਚ ਇੱਕ ਕੁੱਪੀ ਤੇਲ ਤੋਂ ਬਿਨਾਂ ਹੋਰ ਕੁਝ ਵੀ ਹੈ ਨਹੀਂ। ਹੁਣ ਇਹ ਹਾਲ ਹੈ ਨਬੀ ਦੇ ਘਰਾਣੇ ਦਾ, ਜਿਹਨਾਂ ਨਬੀਆਂ ਦੇ ਨਾਲ ਵਾਅਦੇ ਆ ਖੁਦਾ ਦੇ, ਜਿਹਨਾਂ ਨਬੀਆਂ ਤੋਂ ਬਿਨਾਂ ਪਰਮੇਸ਼ਵਰ ਕੁਝ ਕਰਦਾ ਨਹੀਂ। ਉਹ ਨਬੀ ਨੇ ਇਹ ਸੋਚਿਆ ਹੀ ਨਹੀਂ। ਇਸੇ ਵਚਨ 'ਚ ਲਿਖਿਆ ਸਿਆਣਾ ਪੁਰਖ ਆਪਣੇ ਪੋਤੇ ਪੜਪੋਤਿਆਂ ਦੇ ਲਈ ਵੀ ਮਿਰਾਸ ਛੱਡ ਜਾਂਦਾ। ਕੀ ਲਿਖਿਆ ਭਲਾ? ਸਿਆਣਾ ਮਨੁੱਖ ਆਪਣੇ ਪੋਤੇ ਪੜਪੋਤਿਆਂ ਦੇ ਲਈ ਵੀ ਮਿਰਾਸ। ਤੇ ਇਹ ਇੱਕ ਕੁੱਪੀ ਤੇਲ ਛੱਡ ਕੇ ਗਿਆ ਈ, ਉਹ ਨਬੀ ਸੀਗਾ ਉਹਦਾ। ਹਾਂਜੀ, ਇੱਕ ਕੁੱਪੀ ਤੇਲ ਛੱਡ ਕੇ ਗਿਆ। ਵਚਨ ਦੱਸਦਾ ਸਿਆਣਾ ਮਨੁੱਖ। ਇਹ ਨਬੀ ਤੇ ਛੱਡੋ, ਇਹ ਸਿਆਣਾ ਮਨੁੱਖ ਵੀ ਨਹੀਂ ਸੀ, ਕਿਉਂਕਿ ਉੱਥੇ ਸਿਆਣੇ ਮਨੁੱਖ ਦੇ ਬਾਰੇ ਗੱਲ ਕੀਤੀ ਕਿ ਨਬੀ ਦੇ ਬਾਰੇ ਨਹੀਂ। ਤੇ ਸਿਆਣੇ ਮਨੁੱਖ ਦੇ ਬਾਰੇ ਕੀ ਲਿਖਿਆ ਵੀ ਉਹ ਪੋਤੇ ਪੜਪੋਤਿਆਂ ਦੇ ਲਈ ਮਿਰਾਸ ਛੱਡ ਜਾਂਦਾ ਆ। ਇਹ ਜਦੋਂ ਛੱਡ ਕੇ ਗਿਆ ਕਰਜ਼ ਦੇ ਵਿੱਚ, ਇੱਕ ਪਾਸੇ ਤੇ ਚੈਲੰਜ ਇਹ ਆ ਵੀ ਕਰਜ਼ਦਾਰ ਉਹ ਦੋਨੇ ਨਿਆਣੇ ਨੂੰ ਲੈ ਚੱਲੇ ਜਿਹੜੇ ਅੱਗਿਓਂ ਉਸ ਵਿਧਵਾ ਨੂੰ ਦੇਖ ਸਕਦੇ ਆ। ਅਗਲੀ ਗੱਲ, ਵਿਧਵਾ ਦੇ ਘਰ ਦਾ ਹਾਲ ਇਹ ਆ ਵੀ ਕੁੱਪੀ ਤੇਲ ਦੀ ਆ, ਬਾਕੀ ਹੋਰ ਕੁਝ ਵੀ ਨਹੀਂ। ਤੇ ਇਹ ਵੀ ਰੱਬ ਦਾ ਸ਼ੁਕਰ ਸੀਗਾ ਵੀ ਕੁੱਪੀ ਤੇਲ ਦੀ ਹੈਗੀ ਆ। ਇੰਨਾ ਕੁਝ ਛੱਡ ਗਿਆ ਸੀ। ਤੇ ਅੱਗੇ ਪੜ੍ਹਦੇ ਆ ਹੁਣ ਅਲੀਸ਼ਾ ਉਹਨੂੰ ਕੀ ਆਖਦਾ ਹੈ। ਹਾਂਜੀ, ਤਾਂ ਉਹ ਬੋਲਿਆ ਤੂੰ ਜਾ ਤੇ ਆਪਣੇ ਸਾਰੇ ਗੁਆਂਢੀਆਂ ਤੋਂ ਖਾਲੀ ਭਾਂਡੇ ਮੰਗ ਲੈ। ਹੁਣ ਤੂੰ ਜਾ ਤੇ ਆਪਣੇ ਸਾਰੇ ਗਵਾਂਢੀਆਂ ਦੇ ਕੋਲੋਂ ਕੀ ਕਰ। ਬੋਲ ਸਾਰੇ ਨੇ ਕੀ ਕਰ ਜੀ। ਆ ਮਸੀਹੀ ਲੋਕੋ ਧਿਆਨ ਦੇ ਨਾਲ ਸੁਣਿਓ। ਇਸੇ ਵਚਨ 'ਚ ਲਿਖਿਆ ਤੂੰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ, ਇਹ ਪਿਆਰ ਵਾਲਾ ਗੱਲ ਹੀ ਕਰਨਾ। ਹਾਂਜੀ, ਤੂੰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ। ਤੂੰ ਆਪਣੇ ਪੜੋਸੀ ਦੀ ਕਿਸੇ ਚੀਜ਼ ਦੀ ਲਾਲਸਾ ਨਾ ਕਰ। ਹੁਣ ਅਲੀਸ਼ਾ ਵੇਖਣਾ ਚਾਹੁੰਦਾ, ਜਿਸ ਅਲੀਸ਼ਾ ਦੇ ਪ੍ਰਾਰਥਨਾ ਦੇ ਨਾਲ ਪਰਮੇਸ਼ਵਰ
उस कुप्पी दे तेल नूं खत्म नहीं होण दिंदा। उस अली शाह दे शब्द दे नाल उस घर दे विच भांडे आ सकदे सी कि नहीं? बोलो जी, आ सकदे सी कि नहीं? आ सकदे सी। सारे बोलो, आ सकदे सी। ਉਹਦੇ ਹੁਕਮ ਦੇ ਨਾਲ ਭਾਂਡੇ ਆ ਸਕਦੇ ਸੀ। ਪਰ ਹੁਣ ਕੁਆਲਿਟੀ ਇਹਦੀ ਦੇਖਣੀ ਨਬੀ ਦੇ ਘਰਾਣੇ ਦੀ। ਆਪ ਤੇ ਜਿੱਦਾਂ ਦਾ ਲਾਂਤੀ ਸੀ ਨਿਕਲ ਗਿਆ। ਹੁਣ ਘਰਾਣੇ ਦੇ ਵਿੱਚ ਕਿਹੜੀਆਂ ਕਿਹੜੀਆਂ ਖੂਬੀਆਂ ਹੈਗੀਆਂ ਬਚੀਆਂ? ਕੀ ਇਹ ਘਰਾਣਾ ਵੀ ਉਸ ਨਬੀ ਦੇ ਵਾਂਗੂ ਤੇ ਨਹੀਂ ਸੀ ਚੱਲਦਾ? ਕੀ ਇਸ ਘਰਾਣੇ ਦਾ ਹਾਲ ਵੀ ਤੇ ਉਸ ਨਬੀ ਦੇ ਵਾਂਗੂ ਨਹੀਂ ਸੀ? ਏਲੀ ਦੇ ਬਾਰੇ ਲਿਖਿਆ, ਏਲੀ ਮਹਾਜਾਜਕ ਦੇ ਬਾਰੇ, ਉਹਦੇ ਪੁੱਤਰ ਸ਼ੈਤਾਨੀ ਪੁੱਤਰ ਸੀਗੇ। ਉਹਨਾਂ ਨੇ ਪਰਮੇਸ਼ਵਰ ਦੇ ਉਸ ਭਵਨ ਦੇ ਵਿੱਚ ਸਾਰੀਆਂ ਬੁਰਾਈਆਂ ਨੂੰ ਲੈ ਕੇ ਆਂਦਾ। ਉਹਦੇ ਪੁੱਤਰਾਂ ਨੇ ਉਸ ਭਵਨ ਦੇ ਵਿੱਚ ਹਰਾਮਕਾਰੀ ਨੂੰ ਲੈ ਕੇ ਆਂਦਾ। ਉਹਦੇ ਪੁੱਤਰਾਂ ਨੇ ਉਸ ਭਵਨ ਦੇ ਵਿੱਚ ਜਨਾਹਕਾਰੀ ਨੂੰ ਲੈ ਕੇ ਆਂਦਾ। ਉਹਦੇ ਪੁੱਤਰਾਂ ਨੇ ਉਸ ਭਵਨ ਦੇ ਵਿੱਚ ਬਦਮਾਸ਼ੀ ਨੂੰ ਲੈ ਕੇ ਆਂਦਾ। ਏਲੀ ਨੂੰ ਪਤਾ ਸੀ ਔਰ ਇੱਕ ਗੈਰਤੀ ਮਹਾਜਾਜਕ ਹੋਣ ਦੇ ਨਾਤੇ ਉਹਦਾ ਇਹ ਫਰਜ਼ ਬਣਦਾ ਸੀ। ਬੇਸ਼ੱਕ ਸਜ਼ਾਏ ਮੌਤ ਦਿੰਦਾ ਆਪਣੇ ਬੱਚਿਆਂ ਨੂੰ, ਪਰ ਉਹਨੇ ਪਿਤਾ ਮੋਹ ਦਿਖਾਉਂਦੇ ਹੋਏ ਉਹਨਾਂ ਨੂੰ ਕਦੇ ਵਰਜਿਆ ਨਹੀਂ। ਔਰ ਅਸੀਂ ਅੰਤ ਫਿਰ ਉਸ ਨਬੀ ਦਾ ਤੇ ਉਸ ਨਬੀ ਦੇ ਘਰਾਣੇ ਦਾ ਦੇਖਦੇ ਹਾਂ ਕਿ ਪਰਮੇਸ਼ਵਰ ਦਾ ਪ੍ਰਕੋਪ ਕਿੰਨੇ ਖਤਰਨਾਕ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਆਇਆ। ਮੈਨੂੰ ਯਾਦ ਆ ਇਸ ਪੰਜਾਬ ਦੇ ਇੱਕ ਬੜੇ ਅਭਿਸ਼ਿਕਤ ਦਾਸ ਜਿਨ੍ਹਾਂ ਨੇ ਸਾਨੂੰ ਵੀ ਬੜੀ ਦੇਰ ਸੇਵਾ ਕਰਨ ਦਾ ਮੌਕਾ ਮਿਲਿਆ। ਉਹ ਜਦੋਂ ਪਹਿਲੀ ਵਾਰੀ ਸਾਡੇ ਕੋਲ ਆਏ ਤੇ ਉਦੋਂ ਅਜੇ ਅਸੀਂ ਮਸੀਹ ਦੇ ਵਿੱਚ ਆਏ ਸੀ। ਜਿਆਦਾ ਮਸੀਹ ਦੀ ਵਚਨ ਦੀਆਂ ਗਹਿਰਾਈਆਂ ਬਾਰੇ ਪਤਾ ਨਹੀਂ ਸੀ। ਤੇ ਉਹਨਾਂ ਕੇ ਦਿਨਾਂ ਦੇ ਵਿੱਚ ਇੱਕ ਫਿਲਮ ਸਟਾਰ ਬੜਾ ਮਸ਼ਹੂਰ ਹੁੰਦਾ ਸੀ, ਸੁਪਰ ਸਟਾਰ ਬਣਨ ਦੇ ਲਾਗੇ ਪਹੁੰਚ ਗਿਆ ਸੀ, ਮਿਥੁਨ ਚੱਕਰਵਰਤੀ। ਉਹ ਇੱਕ ਲੰਬੇ ਵਾਲਾਂ ਦਾ ਰਿਵਾਜ ਲੈ ਕੇ ਆਇਆ ਸੀ, ਪਿੱਛੋਂ ਲੰਬੇ ਵਾਲ ਰੱਖਣੇ ਹੁੰਦੇ ਸੀ। ਤੇ ਉਹ ਜਦੋਂ ਅਸੀਂ ਕਨਵੈਨਸ਼ਨ ਕਰਵਾਈ ਔਰ ਖੁਦਾ ਦੇ ਦਾਸ ਨੂੰ ਬੁਲਾਇਆ ਤੇ ਉਹਨਾਂ ਦਾ ਤਕਰੀਬਨ ਅੱਧਾ ਕੁ ਪ੍ਰਚਾਰ ਉਹ ਮੇਰੇ ਉਹ ਵਾਲਾਂ ਦੇ ਉੱਤੇ ਸੀਗਾ, ਪਿੱਛੋਂ ਲੰਬੇ ਰੱਖੇ ਹੋਏ ਸੀਗੇ। ਉਹ ਜਿਵੇਂ ਪਹਿਲਾ ਪਾਠ ਖਤਮ ਹੋਇਆ ਮੈਂ ਸਿੱਧਾ ਨਾਈ ਦੀ ਦੁਕਾਨ ਤੇ ਗਿਆ ਤੇ ਮੈਂ ਵਾਲ ਕਟਾ ਲਏ। ਤੇ ਹੁਣ ਖੁਦਾ ਦਾ ਸ਼ੁਕਰ ਕਰਦਾ, ਵੈਸੇ ਨਹੀਂ ਰਹਿਣ ਦਿੱਤੇ ਉਹਨੇ, ਨਾਈ ਦੀ ਜ਼ਰੂਰਤ ਨਹੀਂ ਪੈਂਦੀ। ਸੋ ਮੈਂ ਹੁਕਮ ਨੂੰ ਮੰਨਿਆ, ਵਚਨ ਨੂੰ ਸੁਣਿਆ ਤੇ ਉਸੇ ਵਕਤ ਹੀ ਗਿਆ ਤੇ ਮੈਂ ਵਾਲ ਜਿਹੜੇ ਉਹ ਕਟਾ ਦਿੱਤੇ। ਮੈਂ ਕਿਹਾ ਵੀ ਜੇ ਤੇ ਬੰਦੋਬਸਤ ਦੇ ਵਿੱਚ ਇਹ ਚੀਜ਼ ਵਾਜਬ ਆ ਵੀ ਇੱਦਾਂ ਨਹੀਂ ਹੋਣਾ ਚਾਹੀਦਾ ਤੇ ਫਿਰ ਇਹ ਗਲਤ ਆ, ਸਰੀਰ ਦੀ ਇੱਛਾ ਦੇ ਵਿੱਚ ਇਹ ਆਉਂਦੀ ਆ, ਇਸ ਕਰਕੇ ਨਹੀਂ ਹੋਣਾ ਚਾਹੀਦਾ। ਅੱਜ ਅਗਰ ਤੁਸੀਂ ਦੇਖੋ ਨਾ ਤੇ ਉਸੇ ਹੀ ਅਭਿਸ਼ਿਕਤ ਦੇ ਆਪਣੇ ਬੱਚੇ ਹੰਸਰਾਜ ਹੰਸ ਵਾਂਗੂ ਲੰਬੀਆਂ ਲੰਬੀਆਂ ਜ਼ੁਲਫਾਂ ਰੱਖ ਕੇ ਸਟੇਜ ਦੇ ਉੱਤੇ ਪ੍ਰਸਤਿਸ਼ ਕਰ, ਅਸੀਂ ਤੇ ਬੈਠੇ ਹੀ ਸੀਗੇ, ਅਸੀਂ ਤੇ ਸਿਰਫ ਬੈਠੇ ਸੀ, ਅਸੀਂ ਇਹ ਪ੍ਰਸਤਿਸ਼ ਕਰਨ ਵਾਲੇ ਨਹੀਂ ਸੀ ਤੇ ਨਾ ਇਹ ਸੇਵਾ ਦੇ ਵਿੱਚ ਸੀਗੇ। ਪਰ ਅਸੀਂ ਖੁਦਾ ਦੇ ਹੁਕਮ ਨੂੰ ਐਡੀ ਸੰਜੀਦਗੀ ਦੇ ਨਾਲ, ਇੰਨੇ ਖੌਫ ਦੇ ਨਾਲ, ਇੰਨੇ ਡਰ ਦੇ ਨਾਲ ਲਿਆ ਕਿ ਖੁਦਾ ਅਗਰ ਇਹ ਚਾਹੁੰਦਾ ਤੇ ਸਾਨੂੰ ਇਦਾਂ ਫਿਰ ਹੋ ਜਾਣਾ ਚਾਹੀਦਾ ਸੀ, ਉਸੇ ਟਾਈਮ ਹੀ ਕਟਵਾ ਦਿੱਤੇ। ਅੱਜ ਉਸੇ ਦਾਸ ਦੇ ਬੱਚੇ ਸਟੇਜ ਦੇ ਉੱਤੇ ਬਹਿੰਦੇ ਆ, ਪ੍ਰਸਤਿਸ਼ ਵੀ ਕਰਦੇ ਆ, ਲੇਕਿਨ ਉਸ ਦਾਸ ਨੇ ਆਪਣੇ ਬੱਚਿਆਂ ਨੂੰ ਕਦੇ ਨਹੀਂ ਇਹ ਕਿਹਾ ਇਹ ਜ਼ੁਲਫਾਂ ਤੁਹਾਡੇ ਲਈ ਰੱਖਣੀਆਂ। ਅਭਿਸ਼ਿਕਤਾਂ ਦੇ ਬੱਚਿਆਂ ਦੇ ਹੋਣ ਦੇ ਨਾਤੇ, ਅਭਿਸ਼ਿਕਤ ਦੇ ਬੱਚੇ ਹੋਣ ਦੇ ਨਾਤੇ ਤੁਹਾਨੂੰ ਇਹ ਸ਼ੋਭਾ ਦਿੰਦਾ ਨਹੀਂ, ਤੁਹਾਡੇ ਲਈ ਇਹ ਵਾਜਬ ਨਹੀਂ। ਕਿਉਂਕਿ ਜੇ ਵਚਨ ਨੂੰ ਪੜ੍ਹਦੇ ਆ ਫਿਰ ਏਲੀ ਦੇ ਇਸ ਸਾਰੇ ਸਿਸਟਮ ਨੂੰ ਧਿਆਨ ਰੱਖਣਾ ਚਾਹੀਦਾ। ਏਲੀ ਨੇ ਆਪਣੇ ਬੱਚਿਆਂ ਨੂੰ ਵਰਜਿਆ ਨੇ। ਏਲੀ ਨੇ ਬੇਸ਼ੱਕ ਉਹ ਨਾ ਸੁਧਰਦੇ, ਕਿਸੇ ਦਾ ਸੁਧਾਰ ਪਰਮੇਸ਼ਵਰ ਦੇ ਹੱਥ ਵਿੱਚ ਆ, ਬੇਸ਼ੱਕ ਉਹ ਬੱਚੇ ਨਾ ਸੁਧਰਦੇ, ਉਹ ਆਪਣਾ ਫਲ ਪਾਉਂਦੇ, ਲੇਕਿਨ ਏਲੀ ਨੂੰ ਚਾਹੀਦਾ ਸੀ ਮੈਂ ਖੁਦਾ ਦਾ ਦਾਸ, ਉਹਦਾ ਚੁਣਿਆ ਹੋਇਆ, ਉਹਦਾ ਬੁਲਾਇਆ ਹੋਇਆ, ਉਹਦਾ ਅਭਿਸ਼ਿਕਤ ਆ, ਇਸ ਲਈ ਮੈਨੂੰ ਇਹ ਸ਼ੋਭਾ ਨਹੀਂ ਦਿੰਦਾ, ਮੈਨੂੰ ਚਾਹੀਦਾ ਆ ਕਿ ਮੈਂ ਇਹਨਾਂ ਨੂੰ ਡਾਂਟਾਂ। ਪਰ ਉਹਨੇ ਇਹ ਹੁਕਮ ਪੂਰਾ ਕੀਤਾ ਔਰ ਉਹਨੇ ਆਪਣਾ ਫਰਜ਼ ਵੀ ਨਹੀਂ ਪੂਰਾ ਕੀਤਾ ਔਰ ਉਹਦਾ ਨਤੀਜਾ ਕੀ ਨਿਕਲਿਆ? ਉਹਦੇ ਘਰ ਦੀ ਬਰਬਾਦੀ ਦਾ ਐਲਾਨ, ਉਹਦੇ ਵੰਸ਼ ਦੀ ਬਰਬਾਦੀ ਦਾ ਐਲਾਨ ਵੀ ਉਹਦੇ ਚੇਲੇ ਦੇ ਮੂੰਹ ਚੋਂ ਕਰਾਇਆ। ਚੇਲੇ ਨੂੰ ਦੱਸਿਆ ਵੀ ਮੈਂ ਇਹਦੇ ਨਾਲ ਕੀ ਕੁਛ ਕਰਨਾ ਹੈ। ਔਰ ਦੇਖੋ ਕੈਸੀ ਇੱਕ ਦੁਖਦਾਈ ਗੱਲ ਆ, ਉਸਤਾਦ ਚੇਲੇ ਨੂੰ ਪੁੱਛਦਾ ਪਿਆ ਝੂਠ ਨਾ ਬੋਲੀ,
सच सच दसी परमेश्वर ने तेरे नाल की गल कीती है। असूल तो यह सीगा भी उस्ताद दसदा कि खुदा की इच्छा की है। उस्ताद चेले तो पुछदा सच सच दस तैनू परमेश्वर ने की आख्या आ। ये हाल कदों हुंदा आ? ये हाल आ जिहड़ा पढ़ते पे ना भी एक तीवी ने आके एलीशा अगे दुहाई दी। ये इदां दे नबी जदों खुदा दे इस इज्जड़ दे विच आउंदे आ ते फिर कलीसिया दा ये हाल होना रोकिया नहीं जा सकता फिर, क्योंकि कलीसिया भी की है भला एक परिवार आ। सब तो पहला कहंदा कि तेरे कोल कुछ है, कहंदी कुप्पी तेल दी हैगी आ। कहंदा जा फिर पड़ोसियां दे कोल जा ते उन्हां कोलों भांडे मंग लै। हालेलुया। भांडे मंग ला। तो इसे लाइन पूरा पढ़ांगे, फिर ये एक होर लाइन है जबरदस्त, हाँ जी पढ़ांगे जी। तां ओ बोलिया तू जा ते अपने सारे गुआंढियां तो खाली भांडे मंग ले। अपने सारे गुआंढियां तो खाली भांडे मंग ले। हाँ जी। ओ थोड़े जेहे ना होण। अगली शर्त पर लगी है, ओ थोड़े जेहे जा अपने गुआंढियां तो भांडे मंग ले ते ओ थोड़े ना होण। हुण जदों बहुते मंगने आ ते फिर गुआंढी भी बहुते चाहिए। हाँ जी, जदों बहुते मंगने ते गुआंढी भी बहुते चाहिए आ। ते जदों गुआंढी भी बहुते चाहिए आ ते बहुते गवांढियां दे नाल बनी होनी भी भांडे ते ओही दवूगा ना जिहदे नाल बना के रखी होगी। जिहदी चुगली करके उहदा पुੱਤ मां दे कोलों कढ़ाया होगा नौं दे नाल दऊ भांडे। बोलो जी। जिस पुੱਤ दे हत्थों प्यो दा सिर पड़वाया होवे दऊ भांडे। जिस भरा दे हत्थों भरा दा कतल कराया होवेगा वो दऊ भांडे। जदों सੱਸ नौं नूं लड़ाया होवेगा वो दऊ भांडे। सो कहना तेरे कोल है कि कल्ली गल तेल दी नहीं, तेरे कोल होर की आ? तेरे विच होर किहड़ी? इहदे विच ते कोई नहीं सी, मर गया लानती मौत। हुण तू दस अग्यों अपने घराणे नूं बचाउण दे लई तेरे विच कोई गुण हैगा आ कि नहीं हैगा? ते जे तेरे विच हैगा ते फिर अजे भी खुदा कुछ करन दी कुदरत रखदा। कहंदा जा ते जाके मंग लै। ते फिर वो गई हुक्म दे अनुसार। ते साडे वर्गा हुंदा ते पहला ते नबी नाल ही गल करनी सी, ये मैनू भांडे मंगण जरूर भेजना जी, पहला तो मेरा बुरा हाल है, हुण तूं मैनू मंगदी बनाउणा। हाँ जी, अजकल इदां भी चलदा ना, दास नूं सुनना नहीं गहराई दे नाल, बल्कि ਉਹਦੇ ਅੱਗੇ अपने आप ਨੂੰ ਗਿਆਨਵਾਨ शो करने तर्क वितर्क करना, यह भी बड़ी वड्डी बीमारी है। दास दे कोल सिखना हरेक दा हक आ, अधीनगी दे नाल। दास दे नाल तर्क वितर्क करना बहुत वड्डी लानत आ। जिहड़ा दास दे नाल तर्क वितर्क करे वो कदे प्रभु दे बंदोबस्त दे विच फिट बह सकदा। और दास दे नाल तर्क वितर्क हमेशा वो करदा आ जिन्हों लगदा हुण मैं कुछ बन गया तो सेवा शुरू करनी है, वो चाहुंदा हुंदा मैं बुरा बन के निकला, इस तो पहला दास कोई गलती करे तो फिर मैं जाके बाहर नाल ते दास की बेइज्जती करूँगा तो नाले अपनी सेवा शुरू कर लूँगा। सो तर्क वितर्क नहीं। इस औरत ने कहा भी जे तू कुछ कर नहीं लगा आ तो भांडिया का इंतजाम भी आप ही करवा दे। मैनू को कह रहा भांडे जाके मंग, बल्कि उन्हें की कीता भला, उन्हें जिवें अली शाह ने हुक्म दिता, जिद्दां अली शाह चाहुंदा सी ये करे, इन्हें बिल्कुल उस तरह उस गल नूं मन्निया। उस तरह ये मनदी भला क्यों पई है? हुण कई बारी नबी नबी कहाउण दे लायक नहीं हुंदा ते वो चाहुंदा ये है भी मेरी इज्जत नबियां वांगू ही होवे। जिहड़ा लायक नहीं गा उसकी इज्जत नहीं होनी, तो इज्जत करवाई भी नहीं जाती कह के। मैं बड़े तो सुनिया जी तुहानू सेवक के अधीन होना चाहिए, तुहानू उन्हां दी ताबेदारी करनी चाहिए है। उन्होंने करनी है, कलीसिया तैयार बैठी है, कलीसिया ताबेदारी करने लई तैयार बैठी। तुसीं दिखाओ अपने आप नूं, तुसीं अपना जीवन उन्हां नूं विखाओ। वो तुहाडे कहे तो बिना तुहाडी ताबेदारी करनगे, पर जे तुसीं जीवन ना दिखाओ तो ताबेदारी कोई करदा
ਇੱਕ ਬਾਪ ਦੀ ਤਾਬਿਆਦਾਰੀ ਬੱਚਾ ਨਹੀਂ ਕਰਦਾ ਜੇ ਬਾਪ ਦੇ ਵਿੱਚ ਉਹਨੂੰ ਗੁਣ ਨਜ਼ਰ ਨਾ ਆਉਣ। ਨਬੀ ਦੀ ਤੇ ਬੜੀ ਦੂਰ ਦੀ ਗੱਲ ਹੈ। ਸੋ ਇੱਜ਼ਤ ਕਰਵਾਈ ਜਾਂਦੀ ਆ ਆਪਣੇ ਗੁਣਾਂ ਨੂੰ ਪੇਸ਼ ਕਰਕੇ, ਨਾ ਕਿ ਜ਼ੋਰ ਜ਼ਬਰਦਸਤੀ। ਹੁਣ ਬਾਪ ਸ਼ਰਾਬੀ ਹੁੰਦਾ, ਆਉਂਦੇ ਮਾਂ ਨੂੰ ਕੁੱਟਦਾ ਤੇ ਨਿਆਣੇ ਨੂੰ ਕਹਿੰਦਾ ਤੁਸੀਂ ਮੇਰਾ ਹੁਕਮ ਮੰਨੋ। ਉਹ ਤੇ ਵਿਚਾਰੇ ਮਹੱਲੇਦਾਰੀ ਦੀ ਸ਼ਰਮ ਨੂੰ ਲੰਮਿਆਂ ਨਹੀਂ ਪਾਉਂਦੇ, ਤੇ ਨਹੀਂ ਤੇ ਜਿੱਦਾਂ ਮਾਂ ਨੂੰ ਕੁੱਟਦਾ ਉਦਾਂ ਬਰਾਬਰ ਕੁੱਟਣ। ਤੇ ਇਹੋ ਜਿਹੇ ਪਿਓ ਦੀ ਫਿਰ ਤਾਬਿਆਦਾਰੀ ਕਰੇ ਕੌਣ? ਸੋ ਉਸੇ ਤਰ੍ਹਾਂ ਨਬੀ ਵੀ ਉਹ ਆਪਣਾ ਜੀਵਨ ਦਿਖਾਵੇ। ਜਦੋਂ ਅਲੀਸ਼ਾ ਗਿਆ ਨਾ ਅਲੀਸ਼ਾ ਨੂੰ ਮਸਾ ਕਰਨ ਦੇ ਵਾਸਤੇ, ਤੇ ਲਿਖਿਆ ਵੀ ਅਲੀਸ਼ਾ ਨੇ ਆਪਣੀ ਜਿਹੜੀ ਚਾਦਰ ਆ ਨਾ ਉਹ ਅਲੀਸ਼ਾ ਦੇ ਉੱਤੇ ਪਾ ਦਿੱਤੀ। ਤੇ ਅਲੀਸ਼ਾ ਲਿਖਿਆ ਵੀ ਹਲ ਵਾਹੁੰਦਾ ਸੀ ਤੇ ਉਹ ਭੱਜ ਕੇ ਉਹਦੇ ਮਗਰ ਗਿਆ ਤੇ ਉਹਨੂੰ ਅਰਜ਼ ਕਰਕੇ ਕਹਿੰਦਾ ਵੀ ਮੈਨੂੰ ਹੁਕਮ ਦੇ, ਮੈਂ ਆਪਣੇ ਮਾਂ-ਬਾਪ ਨੂੰ ਆਖਰੀ ਵਾਰੀ ਚੁੰਮ ਆਵਾਂ ਤੇ ਫਿਰ ਮੈਂ ਤੇਰੇ ਪਿੱਛੇ ਲੱਗਿਆ ਰਵਾਂਗਾ। ਤੇ ਏਲੀਜਾ ਕਹਿੰਦਾ ਮੈਂ ਤੇਰੇ ਨਾਲ ਕੀ ਕੀਤਾ? ਏਲੀਜਾ ਦਾ ਸਵਾਲ ਆ, ਮੈਂ ਤੇਰੇ ਨਾਲ ਕੀ ਕੀਤਾ? ਅਲੀਸ਼ਾ ਨੂੰ ਇੱਕੋ ਗੱਲ ਦਾ ਪਤਾ ਲੱਗ ਗਿਆ, ਜਿਹਦੇ ਬਦਨ ਤੋਂ ਉਤਰੀ ਹੋਈ ਚਾਦਰ ਮੇਰੇ ਬਦਨ ਦੇ ਉੱਤੇ ਆਈ ਤੇ ਉਸ ਚਾਦਰ ਦੇ ਵਿੱਚ ਐਡਾ ਅਭਿਸ਼ੇਕ ਸੀ, ਉਸ ਨਬੀ ਦੇ ਵਿੱਚ ਕਿੱਡਾ ਵੱਡਾ ਹੋਵੇਗਾ। ਹਾਲੇਲੂਇਆ। ਇਸ ਲਈ ਉਸ ਜੀਵਨ ਸਮਰਪਿਤ ਕਰ ਦਿੱਤਾ ਉਹਨੇ। ਉਹਨੂੰ ਕਹਿਣਾ ਨਹੀਂ ਪਿਆ, ਏਲੀਜਾ ਨੂੰ ਕਹਿਣਾ ਨਹੀਂ ਪਿਆ ਅਲੀਸ਼ਾ ਨੂੰ ਤੂੰ ਮੇਰੀ ਤਾਬੇਦਾਰੀ ਕਰ। ਉਹਨੇ ਉਹਦੇ ਜੀਵਨ ਨੂੰ ਵੇਖ ਲਿਆ। ਇਹਦਾ ਦੂਸਰਾ ਵਾਕਿਆ ਪੜ੍ਹਦੇ ਹਾਂ, ਲਿਖਿਆ ਅਲੀਸ਼ਾ ਇੱਕ ਦਿਨ ਸ਼ੁਨੇਮ ਦੇ ਵਿੱਚੋਂ ਦੀ ਹੋ ਕੇ ਗੁਜ਼ਰਿਆ। ਉੱਥੇ ਲਿਖਿਆ ਉੱਥੇ ਇੱਕ ਮੰਨੀ ਦੰਨੀ ਹੋਈ ਔਰਤ ਸੀ। ਹਾਲੇਲੂਇਆ। ਕਿਹੋ ਜਿਹੀ ਔਰਤ ਹੈ ਜੀ? ਬੋਲੋ ਸਾਰੇ, ਕਿਹੋ ਜਿਹੀ ਔਰਤ? ਇਹ ਮੰਨੀ ਦੰਨੀ ਹੋਈ ਦਾ ਭਾਵ ਕੀ ਆ? ਇਹ ਉਸ ਇਲਾਕੇ ਦੇ ਵਿੱਚ ਐਡੀ ਪਵਿੱਤਰ ਔਰਤ ਆ, ਇਹ ਉਸ ਇਲਾਕੇ ਦੇ ਵਿੱਚ ਐਡੀ ਕਿਰਦਾਰ ਵਾਲੀ ਔਰਤ ਆ, ਇਹ ਉਸ ਇਲਾਕੇ ਦੇ ਵਿੱਚ ਪਤੀ ਦੀ ਐਸੀ ਤਾਬੇਦਾਰ ਔਰਤ ਆ ਜੈਸੀ ਔਰਤ ਉਸ ਪੂਰੇ ਇਲਾਕੇ ਦੇ ਵਿੱਚ ਕੋਈ ਦੂਜੀ ਹੈ ਨਹੀਂ। ਇਸ ਔਰਤ ਦਾ ਜਿਹੜਾ ਘਰ ਆ ਉਹ ਇਹਦੇ ਪਤੀ ਦੇ ਨਾਂ ਤੋਂ ਨਹੀਂ ਜਾਣਿਆ ਜਾਂਦਾ। ਇਹ ਐਡੀ ਸਨਮਾਨਯੋਗ ਔਰਤ ਆ, ਇਹਦਾ ਘਰ ਇਹਦੇ ਨਾਂ ਤੋਂ ਮਸ਼ਹੂਰ ਆ। ਹਾਲੇਲੂਇਆ। ਇਸ ਲਈ ਜਦੋਂ ਬਾਈਬਲ ਨੂੰ ਪੜ੍ਹਦੇ ਆ ਤੇ ਜ਼ਿਕਰ ਪਹਿਲਾਂ ਕਿਹਦਾ? ਪਤੀ ਦਾ ਜ਼ਿਕਰ ਇਹਦਾ ਬਾਅਦ ਚ ਆਉਂਦਾ ਆ, ਪਹਿਲਾਂ ਇਸ ਔਰਤ ਦਾ ਜ਼ਿਕਰ ਆਉਂਦਾ। ਲਿਖਿਆ ਅਲੀਸ਼ਾ ਉੱਥੋਂ ਦੀ ਹੋ ਕੇ ਗੁਜ਼ਰਿਆ ਤੇ ਇਸ ਔਰਤ ਨੇ ਅਲੀਸ਼ਾ ਨੂੰ ਇਹ ਰਿਕੁਐਸਟ ਕੀਤੀ ਕਿ ਤੂੰ ਮੇਰੇ ਘਰ ਆ ਤੇ ਖਾਣਾ ਖਾ। ਤੇ ਅਲੀਸ਼ਾ ਗਿਆ ਤੇ ਇਹਨੇ ਉਹਦੀ ਸੇਵਾ ਟਹਿਲ ਕੀਤੀ। ਤੇ ਅਗਲੀਆਂ ਲਾਈਨਾਂ 'ਚ ਲਿਖਿਆ ਅਲੀਸ਼ਾ ਜਦੋਂ ਵੀ ਉਧਰੋਂ ਦੀ ਲੰਘਦਾ ਸੀ ਤੇ ਖਾਣਾ ਖਾਣ ਵਾਸਤੇ ਇਸ ਔਰਤ ਦੇ ਘਰ ਚਲਾ ਜਾਂਦਾ ਸੀ। ਹੁਣ ਤੁਸੀਂ ਮੈਨੂੰ ਦੱਸਿਓ ਬੋਲ ਕੇ, ਅਲੀਸ਼ਾ ਨੂੰ ਕੋਈ ਖਾਣਾ ਨਹੀਂ ਸੀ ਖਿਲਾਉਂਦਾ ਤਾਂ ਜਾਂਦਾ ਸੀ? ਹਾਂਜੀ, ਕੀ ਅਲੀਸ਼ਾ ਕੋਲ ਖਾਣਿਆਂ ਦੀ ਕੋਈ ਕਮੀ ਸੀ? ਅਸੀਂ ਜਦੋਂ ਵਚਨ ਨੂੰ ਗਹਿਰਾਈ ਦੇ ਨਾਲ ਪੜ੍ਹਦੇ ਹਾਂ, ਅਲੀਸ਼ਾ ਨੂੰ ਸਟੱਡੀ ਕਰਦੇ ਹਾਂ ਤੇ ਸਾਨੂੰ ਪਤਾ ਲੱਗਦਾ ਬਾਦਸ਼ਾਹ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਸੀ। ਬਾਦਸ਼ਾਹ ਨੇ ਵੀ ਕੋਈ ਕੰਮ ਕਰਾਉਣਾ ਹੁੰਦਾ ਸੀ ਅਲੀਸ਼ਾ ਦੇ ਕੋਲੋਂ ਪੁੱਛ ਕੇ ਕਰਵਾਉਂਦਾ ਸੀ। ਉੱਥੇ ਉਹਨੂੰ ਇੰਨੀ ਇੱਜ਼ਤ ਔਰ ਇੰਨਾ ਮਾਣ ਸੀ, ਉਹ ਕਿਤੇ ਵੀ ਜਾਂਦਾ ਤੇ ਉਹਨੂੰ ਰੋਟੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਸੀ। ਇਹ ਉਹ ਗੈਰਤਮੰਦ ਨਬੀ ਸੀ ਜਿਹਦੇ ਕੋਲ ਨਮਾਨ ਕੋੜੀ ਆਇਆ, ਆਰਾਮ ਦਾ ਸੈਨਾਪਤੀ, ਏਡੇ ਏਡੇ ਨਜਰਾਨੇ ਲੈ ਕੇ, ਇਹਨੇ ਉਹਦੀ ਸ਼ਕਲ ਹੀ ਨਹੀਂ ਦੇਖੀ। ਉਹ ਏਡੇ ਨਜਰਾਨੇ ਲੈ ਕੇ ਆਇਆ, ਉਹਨੇ ਸੁਨੇਹਾ ਭੇਜਿਆ, ਕਹਿੰਦਾ ਜਾਓ ਜਾ ਕੇ ਅਲੀਸ਼ਾ ਨੂੰ ਦੱਸੋ ਵੀ ਆਰਾਮ ਦੇ ਸੈਨਾਪਤੀ ਤੈਨੂੰ ਮਿਲਣ ਆਇਆ। ਤੇ ਉਹਨੇ ਇਹਦੀ ਸ਼ਕਲ ਵੀ ਦੇਖੀ ਤੇ ਸੁਨੇਹਾ ਭੇਜਿਆ ਕਿ ਉਹਨੂੰ ਪਤਾ ਸੀ ਖੁਦਾ ਦਾ ਨਬੀ ਸੀ, ਪਤਾ ਸੀ ਕਿਹੜੇ ਕੰਮ ਆਇਆ। ਕਹਿੰਦਾ ਉਹਨੂੰ ਕੋੜੀ ਨੂੰ ਜਾ ਕੇ ਕਹੋ ਜਾ ਕੇ ਜਰਦਨ 'ਚ 7 ਚੁੱਭੀਆਂ ਲਾ ਤੇ ਤੂੰ ਆਪਣੇ ਕੋੜ ਤੋਂ ਚੰਗਾ ਹੋ ਜਾਵੇਗਾ। ਅਸਲ ਵਿੱਚ ਕੀ ਗੱਲ ਸੀ, ਇਹ ਕੋੜੀ ਜਿਹੜਾ ਆਇਆ ਸੀ ਨਾ, ਜਿਸਮ ਦੇ ਕੋੜ ਨੂੰ ਉਠਾਉਣ ਆਇਆ ਸੀ। ਅਲੀਸ਼ਾ ਚਾਹੁੰਦਾ ਸੀ ਇਹਦੇ ਅੰਦਰੋਂ ਵੀ ਕੋੜ ਨਿਕਲੇ ਤੇ ਇਹਦੇ ਅੰਦਰ ਦਾ ਕੋੜ ਇਸ ਚੀਜ਼ ਦਾ ਸਬੂਤ ਸੀ। ਨਬੀ ਨੂੰ ਮਿਲਣ ਲਈ ਉੱਤੇ ਨਹੀਂ ਗਿਆ, ਬਲਕਿ ਆਪਣੇ ਸੈਨਾਪਤੀ ਹੋਣ ਦੇ ਘਮੰਡ ਦੇ ਵਿੱਚ ਇਹ ਨਬੀ ਨੂੰ ਕਹਿ ਰਿਹਾ ਤੂੰ ਥੱਲੇ ਆ ਜਾ। ਤੇ ਅੱਜ ਵੀ ਤੁਸੀਂ ਇਦਾਂ ਦੇ ਨਬੀ ਬੜੀ ਵਾਰੀ ਦੇਖਦੇ ਹੋਵੋਗੇ, ਕੋਈ ਨੇਤਾ ਕੋਈ ਲੀਡਰ ਆਉਂਦਾ ਭੱਜ ਕੇ ਫੁੱਲਾਂ ਦੇ ਹਾਰ ਲੈ ਕੇ ਖੜੇ ਹੁੰਦੇ ਉਹਦੇ ਗਲ ਦੇ ਵਿੱਚ ਪਾਉਣ ਦੇ ਲਈ। ਤੇ ਸਾਡੇ ਨਾਲੋਂ ਤੇ ਫਿਰ ਉਹ ਚੰਗੇ ਆ, ਅਗਲੇ ਦੀਵਾਨ ਤੇ ਬੈਠੇ ਹੁੰਦੇ ਆ ਤੇ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਆਵੇ ਤੇ ਭਾਵੇਂ ਮੁੱਖ ਮੰਤਰੀ ਆਵੇ, ਇਦਾਂ ਸਾਹਮਣੇ ਬੈਠੇ ਹੁੰਦੇ। ਤੇ ਸਾਡੇ ਨਾਲ ਸਟੇਜ ਤੇ ਬਿਠਾ ਕੇ ਪਾਸਟਰ ਆਪ ਕੋਕ ਦੀ ਬੋਤਲ ਖੋਲ ਕੇ ਪਿਲਾਉਣ ਡਿਆ ਹੁੰਦਾ ਮੰਤਰੀ ਨੂੰ, ਲੈ ਫੜੋ ਜੀ।
जलन ਉਹੀ ਜਿਹੜੀ ਪਾਲੂਸ ਨੇ ਲਿਖੀ। ਕਿਹੜੀ ਜਲਨ? ਜਿਹੜੀ ਸੰਤ ਪਾਲੂਸ ਨੇ ਲਿਖੀ। ਕਹਿੰਦਾ ਪਰਮੇਸ਼ਵਰ ਜਿਹੀ ਅਣਖਿਆ। ਜੰਮੂ ਕਸ਼ਮੀਰ ਦਾ ਮੁੱਖ ਮੰਤਰੀ, ਜਿੱਥੇ ਮੁਸਲਮਾਨਾਂ ਦਾ ਬੋਲਬਾਲਾ ਫਰੂਕ ਅਬਦੁੱਲਾ, ਖੁਦਾ ਦੇ ਦਾਸ ਕੈਪਟਨ ਸੈਮੂਅਲ ਸਾਹਿਬ ਨੂੰ ਕਹਿੰਦਾ ਜੀ ਮੈਂ ਤੁਹਾਡੀ ਸਟੇਜ ਤੇ ਆ ਕੇ 5 ਮਿੰਟ ਜਨਤਾ ਨਾਲ ਸੰਬੋਧਨ ਹੋਣਾ ਚਾਹੁੰਦਾ। ਜਵਾਬ ਉਹਨਾਂ ਨੇ ਭੇਜਿਆ, ਕਹਿੰਦੇ ਖੁਦਾ ਦੇ ਅਭਿਸ਼ਿਕਤਾਂ ਦੀ ਸਟੇਜ ਆ, ਇੱਥੇ ਦੁਨੀਆ ਦਾ ਕੋਈ ਰਾਜਾ ਆ ਕੇ ਬੈਠ ਸਕਦਾ? ਅੱਜ ਅਭਿਸ਼ਿਕਤਾਂ ਨੂੰ ਪਤਾ ਹੀ ਨਹੀਂ। ਇਸ ਪੁਲਪਟ ਤੇ ਕੋਈ ਮੰਤਰੀ ਸੰਤਰੀ ਦਾ ਕੋਈ ਕੰਮ ਨਹੀਂ। ਇਹ ਉਹਨੇ ਆਪਣੇ ਅਭਿਸ਼ਿਕਤਾਂ ਨੂੰ ਦਿੱਤਾ ਆ ਆਪਣੇ ਕਲਾਮ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ। ਉਹ ਤਰਲੇ ਪਾ ਕੇ ਬਹਿ ਗਿਆ। ਉਹ ਕਹਿੰਦਾ ਜੇ ਤੂੰ ਆਉਣਾ ਆ ਸੰਗਤ ਦੇ ਰੂਬਰੂ ਨਾ, ਸੰਗਤ ਦੇ ਵਿੱਚ ਆ ਕੇ ਬਹਿ, ਤੈਨੂੰ ਇਸ ਪੁਲਪਟ ਤੋਂ ਸਿਰਫ ਖੁਦਾ ਦਾ ਕਲਾਮ ਸੁਣਾਇਆ ਜਾ ਸਕਦਾ। ਇਹ ਤੋਂ ਨੇਤਾਵਾਂ ਦੇ ਭਾਸ਼ਣ ਨਹੀਂ ਹੁੰਦੇ। ਆਖਿਰਕਾਰ ਫਰੂਕ ਅਬਦੁੱਲਾ ਨੂੰ ਮੋਹਰੇ ਆ ਕੇ ਬਹਿਣਾ ਪਿਆ ਸੀ। ਤੁਹਾਡੇ ਲਈ ਮੇਰੀ ਅਣਖ, ਪਰਮੇਸ਼ਵਰ ਜੀ ਅਣਖ। ਉੱਥੇ ਦੇ ਕੁਝ ਮੁਸਲਮਾਨ ਗੁੱਟਾਂ ਨੂੰ ਬੜਾ ਬੁਰਾ ਲੱਗਿਆ। ਉਹਨਾਂ ਨੇ ਉਹਨਾਂ ਦੀ ਸਟੇਜ ਦੇ ਅੱਗੇ ਅਗਲੇ ਪ੍ਰੋਗਰਾਮ 'ਚ ਬੰਬ ਫਿੱਟ ਕਰ ਦਿੱਤਾ, ਟਾਈਮ ਬੰਬ ਲਾ ਕੇ, ਤੇ ਬਾਅਦ ਵਿੱਚ ਜਦੋਂ ਪ੍ਰਚਾਰ ਕਰਦੇ ਤੇ ਚਿੱਟ ਭੇਜਦੇ ਲਿਖ ਕੇ, ਕਹਿੰਦੇ ਤੁਹਾਡੀ ਸਟੇਜ ਦੇ ਥੱਲੇ ਟਾਈਮ ਬੰਬ ਫਿੱਟ ਕੀਤਾ ਹੋਇਆ ਤੇ ਬਸ ਫਟਣ ਵਾਲਾ ਆ। ਉਹ ਕਹਿੰਦੇ ਤੁਹਾਡੇ ਟਾਈਮ ਬੰਬ ਫਿੱਟ ਕਰਨ ਤੋਂ ਪਹਿਲਾਂ ਮੇਰੇ ਖੁਦਾ ਨੇ ਮੈਨੂੰ ਦੱਸ ਦਿੱਤਾ ਸੀ। ਔਰ ਤੁਸੀਂ ਤਾਂ ਦੱਸਦੇ ਹੋ ਨਾ ਵੀ ਇੰਨੇ ਵਜੇ ਫਟੇਗਾ, ਤੇ ਮੇਰੇ ਖੁਦਾ ਨੇ ਦੱਸਤਾ ਸੀ ਇਹ ਫਟਣਾ। ਹਾਲੇਲੂਇਆ। ਮੇਰੇ ਖੁਦਾ ਨੇ ਦੱਸ ਦਿੱਤਾ ਸੀ ਇਹ ਫਟਣਾ ਨਹੀਂ ਹੈ, ਤੇ ਤੁਸੀਂ ਹੁਣ ਇੰਤਜ਼ਾਰ ਕਰੋ ਇਹਦੇ ਫਟਣ ਦੀ। ਤੇ ਮੈਂ ਖੁਦਾ ਦੇ ਕਲਾਮ ਨੂੰ ਲੋਕਾਂ ਦੇ ਵਿੱਚ ਇਸੇ ਤਰ੍ਹਾਂ ਹੀ ਦੱਸਦਾ ਰਵਾਂਗਾ। ਬੰਬ ਫਟਿਆ ਨਹੀਂ। ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਜਿਹੀ ਅਣਖ ਹੋਣੀ ਚਾਹੀਦੀ ਆ। ਫਿਰ 2 ਤਿਆਰ ਕੀਤੇ ਹੋਏ ਸੀ ਪਹਿਲਾਂ ਹੀ ਪਿਸਤੌਲਾਂ ਦੇ ਕੇ, ਫਿਰ ਉਹ ਅੱਗੇ ਆਏ ਵੀ ਇਹਨੂੰ ਗੋਲੀ ਮਾਰਦੇ ਆ। ਜਿਵੇਂ ਸਟੇਜ ਦੇ ਅੱਗੇ ਆਏ ਤੇ ਜੇਬ ਦੇ ਵਿੱਚੋਂ ਪਿਸਤੌਲ ਕੱਢਣ ਦੀ ਕੋਸ਼ਿਸ਼ ਕੀਤੀ ਤੇ ਹੱਥ ਇਦਾਂ ਹੀ ਹੋ ਗਏ। ਉੱਥੇ ਹੀ ਆ ਕੇ ਮੂੰਹ ਮੂੰਹ ਸਟੇਜ ਦੇ ਉੱਤੇ ਡਿੱਗੇ, ਤੌਬਾ ਕੀਤੀ, ਮਾਫੀ ਮੰਗੀ, ਟੈਰੋਰਿਜ਼ਮ ਦੇ ਸਾਥੀਆਂ ਦੇ ਵਿੱਚੋਂ ਆਪਣੇ ਆਪ ਨੂੰ ਕੱਢਿਆ, ਤੇ ਆਖਿਰਕਾਰ ਕਹਿੰਦੇ ਸਾਨੂੰ ਵੀ ਸੇਵਾ ਸੌਂਪੋ ਜੀ। ਉਹ ਕਹਿੰਦੇ ਸਭ ਕੁਝ ਤਿਆਗ ਕੇ ਆ ਜਾਓ। ਅੱਜ ਉਹ ਦੋਨੇ ਬੰਦੇ ਉੱਥੇ ਸੇਵਾ ਕਰਦੇ ਆ। ਤੁਹਾਡੇ ਦੇ ਲਈ ਮੇਰੀ ਅਣਖ ਪਰਮੇਸ਼ਵਰ ਜਿਹੀ ਅਣਖ ਹੋਣੀ ਚਾਹੀਦੀ। ਹਾਲੇਲੂਇਆ। ਇਸ ਲਈ ਅਲੀਸ਼ਾ ਨਹੀਂ ਥੱਲੇ ਆਉਂਦਾ। ਕਹਿੰਦਾ ਇਹਨੂੰ ਇੰਨੀ ਅਕਲ ਨਹੀਂ। ਜਦੋਂ ਪਤਾ ਲੱਗਾ ਨਾ ਤੇ ਉਹਨੇ ਕਿਹਾ, ਭੇਜਿਆ ਉਹਨੇ ਸੁਨੇਹਾ, ਕਹਿੰਦਾ ਇਹਨੂੰ ਮੇਰੇ ਕੋਲ ਭੇਜ ਤਾਂ ਕਿ ਇਹਨੂੰ ਪਤਾ ਲੱਗੇ ਇਸਰਾਇਲ ਦੇ ਵਿੱਚ ਕੋਈ ਖੁਦਾ ਦਾ ਨਬੀ ਬੈਠਾ ਹੈ। ਹਾਲੇਲੂਇਆ। ਤੇ ਜਦੋਂ ਆਇਆ ਤੇ ਉਹਨੇ ਨਹੀਂ ਗਿਆ ਉੱਪਰ, ਤੇ ਫਿਰ ਉਹਨੇ ਵੀ ਸ਼ਕਲ ਨਹੀਂ ਦੇਖੀ, ਤੇ ਕ੍ਰੋਧਵਾਨ ਹੋ ਕੇ ਵਾਪਸ ਜਾਂਦਾ ਹੋਇਆ ਕਹਿੰਦਾ ਮੈਂ ਤੇ ਸੋਚਿਆ ਸੀਗਾ ਵੀ ਇਹ ਆਊਗਾ, ਜਿੱਥੇ ਮੇਰੇ ਕੋੜ ਆ ਉੱਥੇ ਹੱਥ ਉੱਤੇ ਫੇਰੂਗਾ, ਮੇਰੇ ਲਈ ਕੋਈ ਅਰਜ਼ ਦੁਆ ਕਰੂਗਾ, ਕੁਛ ਕਰੂਗਾ। ਕਹਿੰਦਾ ਇਹ ਤੇ ਮੈਨੂੰ ਕਹਿੰਦਾ ਜਾ ਕੇ ਯਰਦਨ ਦੇ ਵਿੱਚ 7 ਚੁੱਭੀਆਂ ਲਾ ਦੇ, ਤੇਰਾ ਕੋੜ ਤੇ ਤੋਂ ਚੰਗਾ ਹੋ ਜਾਊਗਾ। ਇਹਦੇ ਨਾਲੋਂ ਤੇ ਕਿਤੇ ਜ਼ਿਆਦਾ ਵਧੀਆ ਨਦੀਆਂ ਸਾਡੇ ਆਰਾਮ ਦੇਸ਼ ਦੇ ਵਿੱਚ ਵਹਿੰਦੀਆਂ। ਘਮੰਡ ਦੇਖੋ, ਇਸ ਨਾਲੋਂ ਜ਼ਿਆਦਾ ਵਧੀਆ ਨਦੀਆਂ ਸਾਡੇ ਦੇਸ਼ ਦੇ ਵਿੱਚ ਵਹਿੰਦੀਆਂ। ਮੂਰਖਾ, ਤੇਰੇ ਦੇਸ਼ ਦੇ ਵਿੱਚ ਉਸ ਤੋਂ ਵਧੀਆ ਨਦੀਆਂ ਵਹਿੰਦੀਆਂ ਹੋ ਸਕਦੀਆਂ, ਪਰ ਅਲੀਸ਼ਾ ਹੋ ਸਕਦਾ? ਅਲੀਸ਼ਾ ਇੱਥੇ ਹੀ ਆ, ਉਹ ਉੱਥੇ ਨਹੀਂ ਆ। ਤੇ ਜੇ ਤੇਰੀਆਂ ਨਦੀਆਂ ਤੈਨੂੰ ਉੱਥੇ ਠੀਕ ਕਰ ਸਕਦੀਆਂ ਹੁੰਦੀਆਂ ਤੇ ਫਿਰ ਤੂੰ ਹੋ ਜਾਣਾ ਸੀ। ਤੇ ਨਾਲ ਦੇ ਨੌਕਰ ਨੇ ਕਿਹਾ, ਕਹਿੰਦਾ ਜੀ ਜੇ ਕੋਈ ਤੁਹਾਨੂੰ ਵੱਡਾ ਕੰਮ ਕਰਨ ਲਈ ਕਹਿੰਦਾ ਤੇ ਤੁਸੀਂ ਨਾ ਕਰਦੇ। ਜੇ ਉਹਨੇ ਕਿਹਾ ਚੁੱਭੀਆਂ ਲਾਉਣ ਦੇ ਲਈ ਤੇ ਲਾ ਕੇ ਵੇਖ ਲਓ। ਤੇ 7 ਚੁੱਭੀਆਂ ਲਾਉਣ ਲਈ ਵੀ ਉਹਨੇ ਐਵੇਂ ਨਹੀਂ ਸੀ ਕਿਹਾ, ਇਹਦੇ ਅੰਦਰ 7 ਕਿਸਮ ਦਾ ਕੋੜ ਸੀ। ਉਹ 7 ਕੋੜਾਂ ਤੋਂ ਖੁਦਾ ਦਾ ਦਾਸ ਚਾਹੁੰਦਾ ਸੀ ਇਹ ਆਜ਼ਾਦ ਹੋਵੇ। ਅੱਜ ਇਹ ਵਿਸ਼ਾ ਨਹੀਂ ਕਿ ਅਸੀਂ ਇਹਦੇ ਕੋੜ ਤੇ ਬੋਲੀਏ। ਖੁਦਾ ਨੇ ਮੌਕਾ ਦਿੱਤਾ ਤੇ ਫਿਰ ਕਿਤੇ ਇਹਦੇ 7 ਕਿਸਮ ਦੇ ਜਿਹੜੇ ਕੋੜ ਸੀ ਉਹਨਾਂ ਤੋਂ ਇਹਦਾ ਸ਼ੁੱਧ ਹੋਣਾ ਬੜਾ ਜ਼ਰੂਰੀ ਸੀ। ਪਰ ਇਹਦਾ ਇਕੱਲਾ ਧਿਆਨ ਜਿਹੜਾ ਸੀ ਉਹ ਆਪਣੇ ਇਸ ਜਿਸਮ ਦੇ ਕੋੜ ਵਾਲੇ ਪਾਸੇ ਸੀ। ਤੇ ਜਦੋਂ 7 ਚੁੱਭੀਆਂ ਲਾਈਆਂ ਤੇ ਲਿਖਿਆ ਬੱਚੇ ਵਰਗਾ ਸਰੀਰ ਹੋ ਗਿਆ। ਤੇ ਹੁਣ ਨਹੀਂ ਕਹਿੰਦਾ ਵੀ ਚੱਲ ਸਿੱਧਾ ਆਰਾਮ ਨੂੰ ਚੱਲੀਏ, ਕਹਿੰਦਾ ਰੱਥ ਮੋੜੋ ਤੇ ਹੁਣ ਉਸੇ ਨਬੀ ਵੱਲ ਚੱਲੋ ਜਿਹਨੇ ਇਹ ਹੁਕਮ ਕੀਤਾ ਸੀ।
ਹਾਲੇਲੂਇਆ। ਇੱਕ ਇਹ ਕਹਿੰਦੀ तेरा दास मेरा पति परमेश्वर का भै ਮੰਨਦਾ ਸੀ, ਕਰਜ਼ੇ ਦੇ ਵਿੱਚ ਹੀ ਮਰ ਗਿਆ। ਤੇ ਇੱਕ ਇੱਧਰ ਨਜ਼ਰਾਨੇ ਆਉਣ ਡਏ ਆ, ਉਹਨੇ ਨਜ਼ਰਾਨਿਆਂ ਨੂੰ ਵੇਖਿਆ ਨਹੀਂ, ਉਦੋਂ ਘਮੰਡ ਦੇ ਰੱਥ ਦੇ ਉੱਤੇ ਚੜਿਆ ਹੋਇਆ, ਕਹਿੰਦਾ ਉਹਨੂੰ ਥੱਲੇ ਭੇਜੋ। ਤੇ ਜਦੋਂ ਵਾਪਸ ਆਇਆ ਘਮੰਡ ਦੇ ਰੱਥ ਤੋਂ ਉਤਰਿਆ ਤੇ ਜਾ ਕੇ ਖੁਦਾ ਦੇ ਦਾਸ ਦੇ ਅੱਗੇ ਖੜਾ ਹੁੰਦਾ ਹੈ। ਹਾਲੇਲੂਇਆ। ਇਹ ਹੁੰਦੀ ਦਾਸ ਦੀ ਕੁਆਲਿਟੀ। ਸੈਨਾਪਤੀ ਹੋਵੇ, ਭਾਵੇਂ ਰਾਸ਼ਟਰਪਤੀ ਹੋਵੇ ਤੇ ਭਾਵੇਂ ਪ੍ਰਧਾਨ ਮੰਤਰੀ ਹੋਵੇ, ਇੱਕ ਖੁਦਾ ਦੇ ਚੁਣੇ ਹੋਏ ਅਭਿਸ਼ਿਕਤ ਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਦੁਨੀਆ ਦਾ ਕੋਈ ਵੀ ਕਿੱਡਾ ਵੱਡੇ ਰੁਤਬੇ ਵਾਲਾ ਵੀ ਬੰਦਾ ਹੋਵੇ, ਉਹਦੇ ਅਭਿਸ਼ਿਕਤ ਦੀ ਜੁੱਤੀ ਦਾ ਤਸ਼ਮਾ ਖੋਲਣ ਦੇ ਵੀ ਯੋਗ ਨਹੀਂ। ਤੇ ਸਾਡੇ ਗੋਡੇ ਟੇਕਣ ਲੱਗੇ ਮਿੰਟ ਨਹੀਂ ਲਾਉਂਦੇ। ਤੇ ਇੱਥੇ ਅਲੀਸ਼ਾ ਨੂੰ ਦੇਖਦੇ ਆ ਤੇ ਜਦੋਂ ਚੰਗਾ ਹੋ ਗਿਆ, ਇਹ ਕਹਿੰਦਾ ਜੀ ਹੁਣ ਰੱਬ ਦਾ ਵਾਸਤਾ ਇੱਕ ਮੇਰੀ ਬੇਨਤੀ ਨੂੰ ਕਬੂਲ ਕਰੋ, ਮੈਂ ਨਜ਼ਰਾਨੇ ਲੈ ਕੇ ਆਇਆ ਤੇ ਉਹਨਾਂ ਵਿੱਚੋਂ ਕੁਛ ਨਾ ਕੁਛ ਤੁਸੀਂ ਕਬੂਲ ਕਰ ਲਓ। ਕਹਿੰਦਾ ਨਹੀਂ, ਇਹ ਕਬੂਲ ਹੋ ਸਕਦਾ ਨਹੀਂ। ਉਹਦੇ ਪਿਛਲਾ ਕਾਰਨ ਸੀ, ਇਹ ਕੋੜ ਦੀ ਕੀਮਤ ਦੇਣੀ ਚਾਹੁੰਦਾ ਸੀ। ਇਹ ਕੀ ਚਾਹੁੰਦਾ ਸੀ ਭਲਾ? ਮੈਂ ਸੈਨਾਪਤੀ ਆ ਤੇ ਮੈਂ ਕੀ ਕਰਾਂ ਭਲਾ? ਮੈਂ ਕੋੜ ਦੀ ਕੀਮਤ ਦੇ ਦੇਵਾਂ ਤਾਂ ਕਿ ਕੱਲ ਨੂੰ ਅਗਰ ਕੋਈ ਗੱਲ ਕਰੇ ਤੇ ਮੈਂ ਕਹਾਂ ਮੈਂ ਇਦਾਂ ਹੀ ਨਹੀਂ ਸੀ, ਉਹ ਕੋ ਸ਼ਿਫਾ ਪਾ ਕੇ ਆਇਆ, ਮੈਂ ਪੂਰੀ ਕੀਮਤ ਦੇ ਕੇ ਪੂਰੀ ਕੀਮਤ ਦੇ ਕੇ ਆਇਆ ਸੀ। ਤੇ ਅਲੀਸ਼ਾ ਨੇ ਉਹਦੀ ਕੀਮਤ ਨੂੰ ਕਬੂਲ ਕੀਤਾ ਨਹੀਂ। ਤੇ ਇੱਕ ਹੋਰ ਸੀ ਨਬੀ, ਇਹ ਦੁੱਗਣਾ ਮਸਾ ਪਾਇਆ ਸੀ, ਉਹਨੇ ਤਿਗਣਾ ਪਾਉਣਾ ਸੀ ਜੇ ਕਿਤੇ ਨਬੀਆਂ ਵਾਂਗੂ ਜੀਵਨ ਜੀ ਲੈਂਦਾ। ਉਹ ਸੀ ਇਹਦੇ ਨਾਲ ਰਹਿੰਦਾ। ਉਹਦੇ ਦਿਮਾਗ 'ਚ ਆਇਆ, ਕਹਿੰਦਾ ਉਸਤਾਦ ਦਾ ਦਿਮਾਗ ਖਰਾਬ ਹੋ ਗਿਆ। ਐਡੀ ਵੱਡੀ ਆਫਰ ਆਈ, ਐਡਾ ਵੱਡਾ ਨਜ਼ਰਾਨੇ, ਉਸਤਾਦ ਨੇ ਲਿਆ ਹੀ ਕੁਛ ਨਹੀਂ, ਅੱਖ ਜੀ ਬਚਾਈ ਤੇ ਰੱਥ ਦੇ ਮਗਰ ਦੌੜ ਪਿਆ। ਤੁਸੀਂ ਹਿਸਾਬ ਲਾਓ, ਇੱਕ ਪਾਸੇ ਰੱਥ ਜਿਹਦੇ ਅੱਗੇ ਘੋੜੇ ਲੱਗੇ, ਘੋੜਿਆਂ ਦੀ ਸਪੀਡ, ਉਹ ਨਿਕਲ ਗਏ ਸੀ, ਇਹ ਬਾਅਦ 'ਚ ਦੌੜਿਆ। ਤੇ ਇਸ ਲਾਲਚੀ ਦੀ ਦੌੜ ਘੋੜਿਆਂ ਦੇ ਨਾਲ ਵੀ ਤੇਜ਼ ਸੀ। ਤੇ ਜਾ ਕੇ ਝੂਠ ਬੋਲਿਆ ਫਿਰ ਉੱਥੇ। ਤੇ ਕੀ ਆਖਦਾ ਉਹਨਾਂ ਨੇ ਜਾ ਕੇ? ਕਹਿੰਦਾ ਜੀ ਉਹ ਉਸਤਾਦ ਨੇ ਭੇਜਿਆ ਤੇ ਥੋੜਾ ਬਹੁਤਾ ਇੱਦਾਂ ਦਾ ਚਾਹੀਦਾ ਆ ਤੇ ਇੰਨਾ ਕੁ ਸਮਾਨ ਦੇ ਦਿਓ। ਉਹ ਕਹਿੰਦੇ ਸਾਰਾ ਲੈਣੇ ਨਹੀਂ, ਕਹਿੰਦਾ ਇੰਨਾ ਕੀ ਬਹੁਤ ਆ। ਤੇ ਫਿਰ ਉਹ 'ਚ ਲਿਆ, ਜਾ ਕੇ ਲੁਕੋ ਲਕਾ ਕੇ ਮੂੰਹ ਹੱਥ ਧੋ ਕੇ ਤੇ ਆ ਕੇ ਬੜਾ ਸੋਹਣਾ ਸ਼ਰੀਫ ਜਿਹਾ ਬਣ ਕੇ, ਜਿੱਦਾਂ ਇਹਦੇ ਔਰਤ ਦੇ ਅੱਗੇ ਇਹਦਾ ਪਤੀ ਰਹਿੰਦਾ ਸੀ, ਸ਼ਰੀਫ ਜਿਹਾ ਬਣ ਕੇ, ਨਬੀ ਜਿਹਾ ਬਣ ਕੇ, ਉਸੇ ਤਰ੍ਹਾਂ ਇਹ ਵੀ ਚੰਗਾ ਜਿਹਾ ਚੇਲਾ ਬਣ ਕੇ ਜਾ ਕੇ ਤੇ ਅੱਗੇ ਜਾ ਕੇ ਖੜਾ ਹੋ ਗਿਆ। ਤੇ ਉਸਤਾਦ ਫਿਰ ਬੋਲ ਉੱਠਿਆ। ਇਹ ਸੋਚਦਾ ਨਾ ਇਹਨੂੰ ਕਿੱਦਾਂ ਪਤਾ ਲੱਗਾ? ਮੈਂ ਤੇ ਬੜੀ ਚਲਾਕੀ ਨਾਲ ਗਿਆ ਸੀ। ਕਹਿੰਦਾ ਮੇਰੀਆਂ ਅੱਖਾਂ ਤੈਨੂੰ ਉਦੋਂ ਵੇਖ ਰਹੀਆਂ ਸੀ ਜਦੋਂ ਤੂੰ ਲਾਲਚ ਦੀ ਦੌੜ ਦੇ ਵਿੱਚ ਆਪਣੇ ਲਾਲਚ ਨੂੰ ਪੂਰਾ ਕਰਨ ਦੇ ਲਈ ਉਸ ਰੱਥ ਦੇ ਮਗਰ ਨੱਠ ਰਿਹਾ ਸੀ। ਅੱਜ ਵੀ ਬੜੇ ਆ ਜਿਨ੍ਹਾਂ ਨੂੰ ਸੇਵਾ ਦੇ ਨਾਲ ਕੋਈ ਮਤਲਬ ਨਹੀਂ, ਰੂਹਾਂ ਬਚਾਉਣ ਦੇ ਨਾਲ ਕੋਈ ਮਤਲਬ ਨਹੀਂ, ਉਹਨਾਂ ਦੀ ਦੌੜ ਸਿਰਫ ਇਸ ਰੱਥ ਦੇ ਮਗਰ ਦੌੜਨ ਦੀ ਆ ਤਾਂ ਕਿ ਕੁਝ ਪ੍ਰਾਪਤ ਕਰ ਲਿਆ ਜਾਵੇ। ਲੇਕਿਨ ਚੰਨ ਲੋਕ ਆ ਉਹ ਜਿਨ੍ਹਾਂ ਦੀ ਦੌੜ ਸਿਰਫ ਇਹ ਆ, ਮੇਰੇ ਪਰਮੇਸ਼ਵਰ ਨੇ ਮੇਰੇ ਉੱਤੇ ਭਰੋਸਾ ਰੱਖ ਕੇ ਆਪਣੀ ਔਲਾਦ ਮੈਨੂੰ ਦਿੱਤੀ ਆ, ਔਰ ਜਿਸ ਕੰਮ ਦੇ ਲਈ ਦਿੱਤੀ ਆ ਮੈਂ ਉਸੇ ਤਰ੍ਹਾਂ ਤਿਆਰ ਕਰਕੇ ਉਹਦੇ ਸਾਹਮਣੇ ਖੜੀ ਕਰਨੀ ਆ। ਔਰ ਐਸੀ ਗੈਰਤ, ਐਸੀ ਜਲਨ ਅੱਜ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਔਰ ਮੁਬਾਰਕ ਹੈ ਉਹ ਕਲੀਸਿਆ ਜਿਹਦੇ ਵਿੱਚ ਖੁਦਾਵੰਦ ਖੁਦਾ ਨੇ ਐਸੇ ਦਾਸਾਂ ਨੂੰ ਖੜਾ ਕੀਤਾ ਹੋਇਆ ਹੈ। ਔਰ ਉਹ ਕਲੀਸਿਆ ਨੂੰ ਹੱਥ ਫੜ ਕੇ ਪਰਮੇਸ਼ਵਰ ਦੇ ਅੱਗੇ ਲੈ ਕੇ ਖੜਾ ਕਰਨਗੇ। ਪੁਰਾਣੇ ਸਮਿਆਂ ਦੇ ਵਿੱਚ ਰਾਜਿਆਂ ਦੇ ਵਫਾਦਾਰ ਹੁੰਦੇ ਸੀ ਤੇ ਕਈ ਰਾਜੇ ਐਸੇ ਹੁੰਦੇ ਸੀ ਜਿਨ੍ਹਾਂ ਦੇ ਇੱਕੋ ਇੱਕ ਪੁੱਤਰ ਹੀ ਹੁੰਦਾ ਸੀ। ਉਹ ਉਸ ਪੁੱਤਰ ਦਾ ਫਿਰ ਪਤਾ ਨਹੀਂ ਸੀ ਲੱਗਣ ਦਿੰਦੇ। ਉਹ ਆਪਣੇ ਵਫਾਦਾਰ ਉਹਨਾਂ ਲੋਕਾਂ ਦੇ ਹਵਾਲੇ ਕਰਦੇ ਸੀ ਤਾਂ ਕਿ ਕੱਲ੍ਹ ਨੂੰ ਜਦੋਂ ਰਾਜੇ ਨੂੰ ਜੇ ਕਿਤੇ ਕੁਝ ਹੋ ਜਾਵੇ ਤੇ ਫਿਰ ਉਹਨੂੰ ਲਿਆ ਕੇ ਰਾਜੇ ਦੇ ਤਖਤ ਦੇ ਉੱਤੇ ਬਿਠਾਇਆ ਜਾਵੇ। ਉਹਨੂੰ ਪੂਰਾ ਰਾਜਸੀ ਤਰੀਕਾ ਸਿਖਾਇਆ ਜਾਂਦਾ ਸੀ, ਉਹਨੂੰ ਰਾਜਨੀਤੀ ਦੇ ਸਾਰੇ ਗੁਣ ਸਿਖਾਏ ਜਾਂਦੇ ਸੀ, ਉਹਨੂੰ ਦੱਸਿਆ ਜਾਂਦਾ ਸੀ ਬਾਦਸ਼ਾਹੀਆਂ ਕਿਵੇਂ ਹੁੰਦੀਆਂ ਔਰ ਤੇਰੇ ਅੰਦਰ ਇੱਕ ਬਾਦਸ਼ਾਹ ਦਾ ਖੂਨ ਆ। ਔਰ ਉਹਨੂੰ ਪੂਰਾ ਤਿਆਰ ਕੀਤਾ ਜਾਂਦਾ ਸੀ ਔਰ ਫਿਰ ਉਹਨੂੰ ਰਾਜੇ ਦੇ ਸਾਹਮਣੇ ਲਿਆ ਕੇ ਖੜਾ ਕੀਤਾ ਜਾਂਦਾ ਸੀ। ਆਹ ਵੇਖ ਲਓ ਰਾਜਾ ਜੀ, ਜਿੱਦਾਂ ਦਾ ਤੁਸੀਂ ਚਾਹੁੰਦੇ ਸੀ ਉਦਾਂ ਦਾ ਅਸੀਂ ਬਣਾ ਕੇ ਤੁਹਾਡੇ ਅੱਗੇ ਖੜਾ
कर दिता। उस राजे ने भी साडी वफादारी दा करके पहला सानू वफादार बनाया, फिर साडी वफादारी दा करके कि मेरे नाल वफादारी नाल चलणगे ते वफादार समझ के उन्हें साडे हवाले कीते। ते साडा भी ये फर्ज बनदा असी उस तरह जिद्दां ओ राजा आ उहदे वांगू तैयार करके उहदे अगे खड़ा करिए। इसलिए संत पुरुष कहंदा मैं पाक कुआरी की तरह तुहानू उहदे सामने खड़ा करना, जिद्दां ओह पवित्र आ उस तरह का पवित्र बना के मैं तुहानू उहदे अगे लैके जाना है। हालेलुया। सो इहनूं कहंदा मंग लिया भांडे ते भांडे थोड़े थोड़े ना होण। तो यह बंदा जिहड़ा गल कर रहा है क्वालिटियां ते तुसीं गौर किया भी किद्दां किद्दां दा, इहनूं किसी धन दौलत दे नाल कोई लेना देना नहीं है। ये उस शनेम दे विचों दी हो के गुजरदा, औरत इहनूं अपने घर दे विच बुला लैंदी, इहनूं खाना खवाउंदी, फिर ये जदों लंघदा उधर जांदा ते उस घर दे विच चला जांदा सीगा। उस औरत ने एक स्टैंड लिया, और स्टैंड की सीगा, उन्हें अपने पति दे नाल लिखिया सलाह कीती। किहदे नाल जी? बोलो सारे, किहदे नाल? आ जिहड़ियां पत्नियां पति की सलाह तो बिना चर्च आउंदियां कदे कामल ते सिद्ध नहीं हो सकदियां। जिहड़ियां पति दे नाल झगड़ा रखदियां परमेश्वर की कृपा कदे नहीं हो सकती। वचन च लिखिया वो मुबारक आ पत्नी जिहड़ी पति दे अधीन होवे। हालेलुया। सो अज मैं बोल रहा सी दयालपुर दे विच लिखिया वचन दे विच कि जां तू चढ़ावा चढ़ाउण जावें ते चढ़ावा चढ़ाउण दे वेले जगवेदी दे उत्ते तैनूं चेता आवे ना कि तेरी भरा दे नाल अणबणिया ठीक नहीं, ते तू चढ़ावा जगवेदी ते छड्ड जा ते पहला अपने भरा नूं जाके मना। ते मैं दस रहा सीगा अज पता ही नहीं आ वेदी की आ, चढ़ावा की आ, चढ़ाउण वाला की है। तो मैं दस रहा सी भी एलीजा ने इस तो पहला परमेश्वर दे अगे प्रार्थना करे तो आकाश तो अग उतरे, उन्हें सब तो पहला जगवेदी की मुरम्मत की। उन्हें जगवेदी नूं दुरुस्त किया, उन्हें इसराइल के गोत्रां के अनुसार 12 पत्थर चुके तो उन्हें जगवेदी नूं बनाया। अज कोई जगवेदी नूं ठीक करने दे वास्ते ते तैयार, वो सेवक नूं कहंदे ना जी तुसीं प्रार्थना कर दो, तुहाडी प्रार्थना दे नाल मेरे उत्ते कृपा हो जानी आ। जदों तक जगवेदी दे विच एक पत्थर भी निजम दा लग्या होया नहीं आ, जगवेदी संपूर्ण नहीं आ। ते जे जगवेदी संपूर्ण नहीं आ, उस पवित्र खुदा दी वो पवित्र अग कदे उस कुर्बानी नूं लैण लई आवेगी नहीं जिहड़ी जगवेदी दे उत्ते रखी होवे। सो इन्हें पति दे नाल लिखिया सलाह की, ते सलाह करदे वेले दसदी की है भला, कहंदी आ जिहड़ा बहुते कीते साडे इस नगर दे विचों दी लंघदा आ, मैनू खुदा दा पवित्र जन जापदा। हालेलुया हालेलुया। मैनू की लगदा है भला? बोलो साने की लगदा जी? इनू किद्दां लग्या भी ये खुदा दा पवित्र जन है? रोटी खिलाउण दे नाल ही भी बड़े तरीके ना खांदा। इन्हें किद्दां पता ला लिया भी पवित्र जन है? शब्दां दे विच ही चलीए। कहंदी ये जिहड़ा बहुते कीते साडे इधरों दी लंघदा, मैनू खुदा दा पवित्र जन। इन्हें एकदम ओदी पवित्रताई दा ऐलान नहीं किया, इन्हें एकदम नहीं मन लिया। साडे दे घर आके कोई अज वड़ जाए तो उन्हें प्रार्थना की साडा बुखार चंगा हो गया, असीं कहंदे पवित्र ही है। तो वचन च की लिखिया? उस वक्त बथेरे कहणगे असीं तेरा नाल के बीमार चंगे नहीं किते, मुर्दे जवाले नहीं, दुष्ट आत्मा कढ़ियां नहीं, असीं वड्डियां वड्डियां करामातां मौजां कीते नहीं। कहंदा ऐ कुकर्मियों मेरे तो दूर हो जाओ, मैं तुहानूं जानदा ही नहीं। साडा तो काम ही मैं वधिया जिहा वचन सुनाया, तुसीं कहना यही बड़ा पवित्र है। किसी ने आके माड़ी की नबूवत करती, असीं उहदे पिछे भज पैना। इसे वचन च लिखिया व्यवस्था सार 13 दे विच खुदा तुहानूं परखण दे लई, खुदा तुहानूं अजमाउण दे लई आप तुहाडे विच इहो जे झूठियां नूं, इहो जे पखंडियां नूं वो आप भेजदा आ, ताकि तुहानूं चैक करे कि तुसीं वचन दे उत्ते किन्ना को खड़े हो। तो यसु मसीह कहंदा जिहड़ा मेरे वचन ते खड़ा वही मेरा शागिर्द है।
आप भेजदा। सो नबी की पहचान का होना इन्ना जरूरी आ कि जे नबी ना पछाणिया गया खुदा नूं कदे पहचान सकते, खुदा की पहचान हो ही नहीं सकती। इसलिए इस तो पहला कि इनू खुदा की पहचान होवे, इन्हें खुदा के नबी की पहचान की। इन्हें ऐलान किया कहती जिहड़ा बहुते कीते लंघदा आ मैनू परमेश्वर का पवित्र जन जापदा। हालेलुया। इन्हें किद्दां किद्दां इनू जांच किया होवेगा। वचन च भी लिखिया हरेक आत्मे का भरोसा बल्कि आत्मिया नू परखो। इन्हें नवे जन्म तो पहला ही आत्मे नू परख लिया ते अज नवे जन्मे नू पता ही नहीं लगता। इन्हां दे भीड़ चाहिए कित्थे वावा 10-20 हज़ार लोग आ गए भज्जो उत्थे ही होना कुछ ना कुछ। ये नहीं वेखदे कि खुदा की उत्थे हजूरी भी हैगी है कि नहीं। इसे वचन च लिखिया एक दूसरा यसू भी है, इसे वचन च लिखिया एक दूसरा आत्मा भी है, इसे वचन च लिखिया एक दूसरी खुश खबरी भी है। जिद्दां जिद्दां ये काम करदा यसू उस तरह वो भी करदा। जिस तरह ये आत्मा काम करदा उस तरह वो भी आत्मा काम करदा है। जिस तरह इस खुशखबरी सुनाया जाता उस तरह उस खुशखबरी भी सुनाया जाता। पर तुहाडी जिम्मेवारी है, तुसी अगर खुद वचन नूं पढ़दे हो, पवित्र आत्मा की गवाही चलते हो तो तुहानूं पता लग जाएगा इस शनमी तीमी की तरह ये पवित्र है कि नहीं। हालेलुया। तो पवित्रताई दे विच वसन वाला ते पवित्रताई दे विच रहन वाले दी जदों असीं संगत करांगे तो फिर असीं भी पवित्र बनते जावांगे। जैसी संगत सियाणे कहंदे हुंदे वैसी रंगत। सो पवित्र दी संगत पवित्रताई दा जीवन, अपवित्र दी संगत अपवित्रताई दा जीवन। जैसी संगत च रवांगे वैसा ही साडे उत्ते उहदा प्रभाव उहदा असर हुंदा रहेगा। तुसीं देखिया ना जदों असीं सेवा विच आए असीं डरदे अपने आप नूं एवेंजलिस्ट नहीं सी कहंदे हुंदे। किसी ने कहना भी हाँ जी तुसीं, किसी ने पास्टर कहना असीं उहदे हत्थ जोड़ के खड़े होना भाई सानूं पास्टर ना कहो। ये तो बड़ा एक सन्मानयोग शब्द है। बहुत सन्मान 27 साल बाद किते जाके अपनी पहचान देने के लिए मैं अपने नाम के अगे पास्टर शब्द यूज किया। वो भी जो कोई बिजनस कार्ड वगैरह बनाए, नहीं तो मैं कभी फोन करके नहीं कहता मैं पास्टर इकबाल गिल बोलदा। तो साढ़े समय दे विच पास्टर तो बड़ी दूर की गल, एवेंजलिस्ट भी कहन तो असीं डरदे हुंदे सीगे भी नहीं ये बड़े खुदा दे ਜਿਹੜੇ 5 सेवक है ना उन्होंने विचों ये रुतबे आ। और इन्हां रुतबिਆਂ ਦੇ ਉੱਪਰ कोई पोप बिशप कोई लैओ कोई रुतबा हैगा नहीं। अज नवे नवे निकल आए। वो ਜਿਹੜਾ ਉੱਠਦਾ ਉਹੀ अपोस्टल, ਜਿਹੜਾ ਉੱਠਦਾ ਉਹੀ प्रोफिट। बस एक मार जी पै गई और पता कुछ नहीं। जो बचन की गल करिए तो इन्हां दी हवा निकल लग्या 1 मिनट लगता। एक अपोस्टल जी नाल मेरी गल हो गई, मैं कहा जी मुक्ति का प्रचार करते हैं तो मैनू दसियो माड़ा कि मुक्ति की डेफिनेशन की है। भी तुहानूं 15-16 साल प्रचार करदे हो गए, मुक्ति की मुक्ति है की है, मुक्ति का अर्थ की है पता ही नहीं। मैं क्या असीं लोगों ने कहने तौबा करो कादे तो पाप की डेफिनेशन की है पता ही नहीं। तो मैं क्या प्रचार कादा करन दे हो ना। तो एडे एडे वड्डे अपोस्टल की, प्रोफिट की, ताया की, पापा की, चाचा की, बाबा की, ये वड्डे वड्डे नाल दे नाल नहीं बल्कि जीवन दिखाउण दे नाल तुहाडी सेवकाई सिद्ध हुंदी है। हालेलुया। अलीशा ने नहीं कहा मैं खुदा दा नबी हां। अलीशा ने नहीं कहा, इस औरत ने इस बंदे दी सेवकाई ये जीवन को देख के ये उत्ते ऐलान किया ये जड़ा बहुते किते इधरों की लंघदा मैनू परमेश्वर का पवित्र जन जापदा है। हालेलुया। इन्हें उहदे चलने फिरने नूं वेख्या, इन्हें उहदी चाल ढाल नूं वेख्या, इन्हें उहदे गलबात करन दे अंदाज नूं वेख्या, इन्हें घर च किसे दे किद्दां जाईदा किद्दां बैठीदा किद्दां रहीदा इन्हें उस चीज़ नूं वेख्या। इन्हें उहदी एक एक गतिविधि नूं बड़ी बरीकी दे नाल वेख्या क्योंकि ये मन दे विच एक चाहत सी कोई मैनू ऐसा मिले जिहदे लई मैं अपने घर दे उत्ते एक ऐसा मकान बनावां जिहदे विच आके वो ठहरे। हालेलुया। इसलिए ऐसे तलाश दे विच सी इनू कोई सच्चा मिले। तो जदों इनू सच्चा मिल गया फिर इन्हें पति दे नाल बैठ के सलाह की, कहती आयो
ਜਿਹੜਾ ਮੈਨੂੰ ਪਰਮੇਸ਼ਵਰ ਦਾ ਪਵਿੱਤਰ ਜਨ ਜਾਪਦਾ। ਤੇ ਅਸੀਂ ਬਚਨ 'ਚ ਪੜ੍ਹਦੇ ਹਾਂ, ਜਦੋਂ ਅਲੀਸ਼ਾ ਦੁੱਗਣਾ ਮਸਾ ਲੈ ਕੇ ਵਾਪਸ ਆਇਆ, ਨਬੀ ਉਦੋਂ ਬੜੇ ਸੀ। ਉਹਨਾਂ ਕਈਆਂ ਨਬੀਆਂ ਦੇ ਵਿੱਚ ਉਹਨਾਂ ਨੇ ਏਲੀਜਾ ਦੇ ਨਾਲ ਅਲੀਸ਼ਾ ਦੇ ਸਫ਼ਰ ਦੇ 'ਚ ਅਲੀਸ਼ਾ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਔਰ ਉਹਨੂੰ ਫਿਰ ਭੜਕਾਉਣ ਦੀ ਵੀ ਕੋਈ, ਕਹਿੰਦੇ ਤੈਨੂੰ ਪਤਾ ਤੇਰਾ ਉਸਤਾਦ ਅੱਜ ਤੇ ਤੋਂ ਲੈ ਲਿਆ ਜਾਣਾ। ਕਹਿੰਦਾ ਚੁੱਪ ਕਰੋ, ਮੈਨੂੰ ਪਤਾ ਆ। ਔਰ ਇਹ ਸਿਰਫ ਤਮਾਸ਼ਬੀ ਨਹੀਂ ਸੀਗੇ, ਇਹ ਵੀ ਨਬੀ ਸੀ ਉਦੋਂ। ਇਹਨਾਂ ਨਬੀਆਂ ਨੂੰ ਵੀ ਦੇਖਦੀ ਸੀ ਉਹ ਔਰਤ। ਪਰ ਵਚਨ 'ਚ ਕੀ ਲਿਖਿਆ, ਉਹਨੇ ਇਹਦੀ ਪਹਿਚਾਣ ਕਰਕੇ ਇਹਦੇ ਉੱਤੇ ਮੋਹਰ ਲਾਈ, ਕਹਿੰਦੀ ਇਹ ਮੈਨੂੰ ਪਰਮੇਸ਼ਵਰ ਦਾ ਪਵਿੱਤਰ ਜਨ ਜਾਪਦਾ ਹੈ। ਹਾਲੇਲੂਇਆ। ਉਸ ਪਵਿੱਤਰ ਜਨ ਦੇ ਕੋਲ ਇਹ ਔਰਤ ਫਰਿਆਦ ਲੈ ਕੇ ਆਉਂਦੀ, ਔਰ ਇਹ ਪਵਿੱਤਰ ਜਨ ਨੂੰ ਕਹਿੰਦਾ ਫਿਰ ਇਦਾਂ ਕਰ, ਭਾਂਡੇ ਮੰਗ ਲਾ ਤੇ ਭਾਂਡੇ ਥੋੜੇ ਨਾ ਹੋਣ। ਇਹਨੇ ਕੋਈ ਕਮੈਂਟ ਨਹੀਂ ਕੀਤਾ। ਅੱਜ ਸਾਨੂੰ ਵੀ ਚਾਹੀਦਾ ਖੁਦਾ ਦਾ ਦਾਸ, ਜਿਹਨੂੰ ਖੁਦਾ ਨੇ ਸਾਡੇ ਵਿੱਚ ਠਹਿਰਾਇਆ, ਜਿਹਨੂੰ ਸਾਡੇ ਉੱਤੇ ਮੁਕਰਰ ਕੀਤਾ, ਉਹ ਜਦੋਂ ਸਾਨੂੰ ਕੋਈ ਕੰਮ ਕਰਨ ਦੇ ਲਈ ਕਵੇ, ਸਾਡੇ ਕੋਲ ਤਰਕ ਵਿਤਰਕ ਦਾ ਕੋਈ ਚੱਕਰ ਨਾ ਹੋਵੇ, ਬਲਕਿ ਸਿਰ ਝੁਕਾ ਕੇ ਕਹੀਏ ਜੋ ਤੁਹਾਡੀ ਇੱਛਾ ਜੀ ਉਹੀ ਹੋਊਗਾ। ਹਾਲੇਲੂਇਆ। ਇੱਕ ਵਾਰ ਕਰਕੇ ਵੇਖੋ, ਕਿਉਂਕਿ ਖੁਦਾ ਦੀ ਇੱਜ਼ਤ ਕੋਈ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਦੇਖਿਆ ਨਹੀਂ ਤੁਸੀਂ। ਪਰ ਜਿਹੜਾ ਉਹਦਾ ਠਹਿਰਾਇਆ ਹੋਇਆ, ਜੇ ਤੁਸੀਂ ਉਹਦੀ ਇੱਜ਼ਤ ਕਰਦੇ ਹੋ ਤੇ ਮੰਨਦੇ ਹੋ ਉਹਦੇ ਵੱਲੋਂ ਆ, ਤੇ ਫਿਰ ਸਮਝ ਲਓ ਤੁਸੀਂ ਉਹਦੀ ਇੱਜ਼ਤ ਕਰਦੇ ਹੋ। ਇਸ ਲਈ ਲਿਖਿਆ ਵਚਨ ਦੇ ਵਿੱਚ, ਜਿਹੜਾ ਮੇਰੇ ਦਾਸ ਨੂੰ ਪਾਣੀ ਦਾ ਇੱਕ ਗਿਲਾਸ ਵੀ ਪਿਲਾਉਂਦਾ ਨਾ, ਉਹਦੇ ਲਈ ਵੀ ਅਜਰ ਆ। ਜਿਹੜਾ ਮੇਰੇ ਕਿਸੇ ਵੀ ਅਭਿਸ਼ਿਕਤ ਦੇ ਲਈ ਕੁਛ ਕਰਦਾ ਆ, ਉਹ ਮੇਰੇ ਲਈ ਕਰਦਾ। ਇਸ ਲਈ ਯਿਸੂ ਮਸੀਹ ਕਹਿੰਦਾ, ਜਦੋਂ ਮੈਂ ਪਰਦੇਸੀ ਸੀ ਤੁਸੀਂ ਮੈਨੂੰ ਟਿਕਾਣਾ ਦਿੱਤਾ, ਮੈਂ ਭੁੱਖਾ ਸੀ ਤੁਸੀਂ ਮੈਨੂੰ ਰੋਟੀ ਦਿੱਤੀ, ਮੈਂ ਨੰਗਾ ਸੀ ਤੁਸੀਂ ਮੈਨੂੰ ਕੱਪੜਾ ਪਹਿਨਾਇਆ। ਉਹ ਕਹਿੰਦੇ ਇਹ ਅਸੀਂ ਤੇਰੇ ਨਾਲ ਕਦੋਂ ਕੀਤਾ? ਕਹਿੰਦਾ ਜਦੋਂ ਤੁਸੀਂ ਮੇਰੇ ਇਹਨਾਂ ਦੇ ਨਾਲ ਕੀਤਾ। ਹਾਲੇਲੂਇਆ। ਜਦੋਂ ਤੁਸੀਂ ਇਹਨਾਂ ਦੇ ਨਾਲ ਕੀਤਾ, ਉਦੋਂ ਸਮਝ ਲਓ ਤੁਸੀਂ ਮੇਰੇ ਨਾਲ ਕੀਤਾ। ਇਹਨੂੰ ਉਹਨੇ ਕਿਹਾ ਤੇ ਫਿਰ ਇਹ ਚਲੇ ਗਈ, ਔਰ ਭਾਂਡੇ ਬੇਸ਼ੁਮਾਰ ਇਕੱਠੇ ਕੀਤੇ, ਲਿਆ ਕੇ ਘਰ ਦੇ ਵਿੱਚ ਰੱਖੇ। ਅੱਗੇ ਪੜਾਂਗੇ ਜੀ, ਅਗਲਾ ਕੰਮ ਕੀ ਕੀਤਾ ਇਸ ਔਰਤ ਨੇ ਫਿਰ ਜਲਦੀ ਦੇ ਨਾਲ। ਅਤੇ ਜਦ ਤੂੰ ਅੰਦਰ ਆ ਜਾਵੇਂ ਤਾਂ ਆਪਣੇ ਤੇ ਆਪਣੇ ਪੁੱਤਰਾਂ ਲਈ ਬੂਹਾ ਭੇੜ ਲਵੀਂ। ਹਾਂਜੀ, ਜਦੋਂ ਤੂੰ ਭਾਂਡੇ ਇਕੱਠੇ ਕਰਕੇ ਆ ਜਾਵੇਂ ਨਾ, ਤੇ ਫਿਰ ਕੀ ਕਰੀ? ਆਪਣੇ ਤੇ ਆਪਣੇ ਪੁੱਤਰਾਂ ਦੇ ਲਈ ਦਰਵਾਜ਼ਾ ਬੰਦ ਕਰ ਲਵੀਂ। ਤੇ ਇਹਨੇ ਫਿਰ ਉਸੇ ਤਰ੍ਹਾਂ ਕੀਤਾ। ਅੱਗੇ ਪੜਾਂਗੇ ਜੀ। ਅਤੇ ਉਹਨਾਂ ਸਾਰਿਆਂ ਭਾਂਡਿਆਂ ਵਿੱਚ ਉਲੱਦਦੀ ਜਾਵੀਂ। ਅਤੇ ਉਹ ਜਿਹੜਾ ਤੇਲ ਕੁੱਪੀ ਦੇ ਵਿੱਚ ਹੈ ਨਾ, ਉਹਨੂੰ ਭਾਂਡਿਆਂ ਦੇ ਵਿੱਚ ਕੀ ਕਰੀ? ਬੋਲੋ ਸਾਰੇ, ਕੀ ਕਰੀ ਜੀ? ਉਹਨੂੰ ਭਾਂਡਿਆਂ ਦੇ ਵਿੱਚ ਉਲੱਦਦੀ ਜਾਵੀਂ। ਤੇ ਅਗਲੀ ਇੱਕ ਹੋਰ ਖਾਸ ਗੱਲ ਆ। ਹਾਂਜੀ, ਜਿਹੜਾ ਭਰ ਜਾਏ ਉਹਨੂੰ ਅੱਡ ਰੱਖ ਦੇਵੀਂ। ਇੱਕ ਗੱਲ ਪੱਕੀ ਆ, ਇੱਕ ਗਲਤੀ ਨਾ ਕਰੀ। ਜਿਹੜਾ ਭਾਂਡਾ ਭਰ ਜਾਵੇ ਉਹਨੂੰ ਕੀ ਕਰੀ ਭਲਾ? ਬੋਲੋ ਸਾਰੇ, ਕੀ ਕਰੀ ਭਲਾ? ਭਰੇ ਹੋਏ ਭਾਂਡੇ ਨੂੰ ਅਲੱਗ ਰੱਖੀ। ਅੱਜ ਅਸੀਂ ਇਹ ਗਲਤੀਆਂ ਕਰ ਜਾਂਦੇ ਆ, ਅਸੀਂ ਖਾਲੀਆਂ ਦੇ ਨਾਲ ਭਰਿਆਂ ਨੂੰ ਰੱਖ ਦਿੰਦੇ ਆ, ਤੇ ਨਾ ਖਾਲੀ ਭਰਦੇ ਆ ਤੇ ਨਾ ਭਰੇ ਨੂੰ ਭਰਿਆ ਰਹਿਣ ਦਿੰਦੇ ਆ। ਕਿਹੜਾ ਜਿਹੜਾ ਭਰ ਜਾਵੇ ਉਹਨੂੰ ਕੀ ਕਰੀ? ਉਹਨੂੰ ਖਾਲੀ ਭਾਂਡਿਆਂ ਦੇ ਨਾਲ ਨਾ ਰੱਖੀ, ਬਲਕਿ ਜਿਹੜਾ ਭਰ ਜਾਵੇ ਉਹਨੂੰ ਅਲੱਗ ਰੱਖੀ। ਭਰੇ ਦੀ ਪਹਿਚਾਣ ਹੀ ਵੱਖਰੀ ਹੈ। ਲਿਖਿਆ ਨਾ ਵਚਨ ਦੇ ਵਿੱਚ, ਯਿਸੂ ਮਸੀਹ ਨੇ ਕਿਹਾ, ਇੱਕ ਮਨੁੱਖ ਪਾਣੀ ਦਾ ਘੜਾ ਚੁੱਕ ਕੇ ਜਾਂਦਾ ਦੇਖੋਗੇ ਤੁਸੀਂ, ਉਹਦੇ ਮਗਰ ਹੋ ਤੁਰਿਓ। ਹੁਣ ਭਰੇ ਹੋਏ ਪਾਣੀ ਦੇ ਘੜੇ ਵਾਲੇ ਦੇ ਪਿੱਛੇ ਜਾਣ ਦੇ ਲਈ ਹੁਕਮ ਹੈ, ਖਾਲੀ ਵਾਲੇ ਮਗਰ ਨਹੀਂ। ਖਾਲੀ ਵਾਲੇ ਮਗਰ ਕਿਉਂ ਨਹੀਂ? ਖਾਲੀ ਵਾਲੇ ਦਾ ਕੀ ਪਤਾ ਵੇਚਣ ਵਾਲੇ ਹੋਵੇ। ਸੋ ਅੱਜ ਵੀ ਅਸੀਂ ਦੇਖਦੇ, ਬਾਈਬਲ ਚੁੱਕ ਕੇ ਤੇ ਬੜੇ ਲੋਕਾਂ ਨੂੰ ਤੁਸੀਂ ਜਾਂਦੇ ਵੇਖਦੇ ਹੋਵੋਗੇ, ਲੇਕਿਨ ਬਾਈਬਲ ਦਾ ਪ੍ਰਕਾਸ਼ ਕਿਹਨੂੰ ਕੀਤਾ ਆ? ਦਿੱਤਾ ਪਰਮੇਸ਼ਵਰ ਨੇ। ਇਹ ਜਾਣਨ ਦੀ ਲੋੜ ਆ ਕਿਹੜਾ ਭਰਿਆ ਹੋਇਆ ਆ, ਉਹਨੂੰ ਪਹਿਚਾਨਣ ਦੀ ਲੋੜ ਆ। ਕਿਹਦੇ ਵਿੱਚ ਉਹਨੇ ਆਪਣੀ ਮਹਿਮਾ, ਆਪਣੇ ਜਲਾਲ ਨੂੰ ਰੱਖਿਆ ਹੋਇਆ ਆ, ਉਹਨੂੰ ਜਾਣਨ ਦੀ ਲੋੜ ਆ। ਤੇ ਜਿਹੜਾ ਵਿੱਚ ਉਹਨੇ ਆਪਣਾ ਜਲਾਲ ਭਰਿਆ ਹੋਇਆ, ਉਹਦੇ ਮਗਰ ਹੋਣਾ। ਇਹਨੂੰ ਕਹਿੰਦਾ ਜਿਹੜਾ ਭਰੇ ਉਹਨੂੰ ਖਾਲੀ ਦੇ ਨਾਲੋਂ ਕੀ ਕਰੀ ਭਲਾ? ਵੱਖਰਾ ਰੱਖੀ। ਔਰ ਇਹਨੇ ਹੁਕਮ ਨੂੰ ਮੰਨਿਆ ਤੇ ਭਰਦੀ ਗਈ। ਲਾਸਟ ਭਾਂਡੇ ਦੇ ਵਿੱਚ ਜਦੋਂ ਇਹਨੇ ਉਂਡੇਲਿਆ, ਤੇ ਜਿੱਦਾਂ ਹੀ ਭਾਂਡੇ ਖਤਮ ਹੋਏ ਤੇ ਕੁੱਪੀ ਦੇ ਵਿੱਚੋਂ ਤੇਲ ਆਉਣਾ ਵੀ। ਹਾਲੇਲੂਇਆ। ਇਹ ਪਰਮੇਸ਼ਵਰ ਦਾ ਕੰਮ ਬੰਦੋਬਸਤ ਵੀ ਉਸੇ ਦਿਨ ਤੱਕ ਹੀ ਆ। ਜਿਹੜੇ ਖਾਲੀ ਆ ਜਦੋਂ ਤੱਕ ਭਰ ਨਹੀਂ ਜਾਂਦੇ, ਜਦੋਂ ਭਰ ਗਏ ਉਦੋਂ ਉੱਪਰੋਂ ਆਉਣਾ ਸਭ ਕੁਝ ਬੰਦ, ਫਿਰ ਥਲੜਿਆਂ ਨੇ ਉੱਪਰ ਨੂੰ ਜਾਣਾ ਹੈ। ਹਾਲੇਲੂਇਆ। ਜਦੋਂ ਭਰ ਜਾਵੇ ਫਿਰ
और वो भर गया और लास्ट भांडा ही भर गया, कुप्पी चो तेल आना ही बंद हो गया। पहला अंदरों दरवाजा लाया, हुण बाहर निकलदी है तो बाहरों दरवाजा लाउंदी ते अगले हुक्म दे लई फिर खुदा दे दास दे कोल जांदी है। हालेलुया। ते साडा काम की हुंदा भला? बीमारी नूं लैके उहने खुदा दे दास ने प्रार्थना की, बीमारी तो चंगिया होए बाद च लभदे ही नहीं, फिर पता नहीं लगता कि जाना भी हैगा या कि फिर क्यों नहीं आउंदे। आशीष चाहिदी सी, मिल गई, वीज़ा लवाउणा सी, परमेश्वर के फजल दे नाल लग गया, बाद च नज़र आए नहीं। इस औरत ने यह गलती नहीं की। मैनूं याद है खुदा दे दास कोई कभी सुनते सी, कहते भी एक भैन की बेटी सी, उन्होंने बदरू दे नाल कोई उहदी प्रॉब्लम सीगी और बड़ा बुरा हाल सी, वो चंगी हो गई, बाद च नज़र नहीं आई, फिर काफ़ी समा बाद फिर दोबारा किते आई तो खुदा दे दास ने पछाण लिया, कहते भैन जी तुहानूं पहलां किते वेख्या? वो कहते हाँ जी, कहते इस तरह मेरी बेटी सीगी ते इहदा बदरू ने बड़ा बुरा हाल किया होया, मैं तुहाडे कोल लैके आई सीगी ते तुसीं प्रार्थना कीती सी ते ठीक हो गई सी, ते कहते बाद तुसीं आए नहीं ते बोल सच पे, कहते आउणा ते मैं अजे भी नहीं सी, इहनूं दोबारा फिर दौरे पैणे शुरू हो गए। तो तुसीं भी इदां ना करियो तुहानूं दोबारा दौरे पैणे शुरू होण ते फिर तुसीं आओ, बल्कि की करो, उन्हें बाहरों कुंडा लाया तो फिर खुदा दे नबी दे कोल गई, कहती जिद्दां तुसीं कहा सी मैं उस तरह किया, तो जिन्ने भांडे मैं लैके गए सी सारे दे सारे भर गए तो कुप्पी चो तेल आना बंद हो गया। हुण मैनूं दसो मैं अग्गों की करा? तो साडे भांडे भर गए होंदे तो कहना हुण सानूं लोड़ हैगी, हुण असीं आप ही अगला काम जिहड़ा आप ही करांगे, पर इन्हें इदां नहीं कीता। खुदा दे दास ने क्या कहना, जा हुण उस तेल नूं वेच। अगला हुक्म किस को लिया भला? अगला हुक्म भी खुदा दे दास दे कोलों ही, कहना जा हुण उहनूं वेच ते पहला जिन्हां दा करजा देना ना उन्हां दा करजा उतार, ते बाकी जिहड़ा तेरे को बच रवे उहदे नाल अपना गुजारा करें। की करनी भला? बोलो सारे, की करना? मसीही जीवन दे विच एक गल पक्की रख लो, साडे कोल जो कुछ भी आवे असी उन्होंने कदे व्यर्थ जान देना, उच्चों गुजारा ही करना है असी। और नाल ये ध्यान रखना, इस वचन च लिखा सब कुछ परमेश्वर दे वलों, परमेश्वर दे द्वारा ते परमेश्वर दे लई। हालेलुया। दूजे शब्दों में आ जाए, सब कुछ यसू मसीह दे द्वारा, यसू मसीह दे वलों ते यसू मसीह दे लई। हालेलुया। तो जो सब कुछ यसू मसीह दे द्वारा, दे वलों ते दे लई आ, तो फिर सानू हमेशा इस चीज़ के लिए तैयार रहना चाहिए कि जदों भी मेरा जो कुछ भी है अगर प्रभु की सेवा दे विच उहदी ज़रूरत आ तो मैं एक पल भी लावांगा। हालेलुया। पहली सदी की कलीसिया ने इस तरह किया, जो 3000 लोगों ने तौबा की, लिखा उन्होंने अपना घर बार बेचिया तो लिया के उन्होंने रसूलों के कदमों के उत्ते रख दिता। उन्होंने ये सोच के कि साडे लई घर दा होना इन्ना जरूरी नहीं जिन्ना इस कलाम दा, इस खुशखबरी दा दूसरे तक पहुँचना जरूरी है। हालेलुया। तो जिन्हों ने बेचिया तो लिया के रसूलों के कदमों उत्ते रखिया। रसूलों ने 5 स्टार होटल नहीं खोले, रसूलों ने लग्जरी जिंदगी शुरू नहीं की, रसूलों ने उन्होंने अपने ऐशो आराम के लिए इस्तेमाल नहीं किया, बल्कि की लिखा उन्होंने किसी भी चीज़ को अपना नहीं समझिया, बल्कि वो उस सारे पैसे नू कलीसिया दे विच, कलीसिया की जरूरत के अनुसार इस्तेमाल करते रहे। हालेलुया। तो खुदा दा पैगाम फैलता गया और लोग मसीह दे विच वधदे गए। सो याद रखिए, नबी बहुत हो सकते हैं, लेकिन नबी की पहचान के लिए खुदा ने सानू हुक्म दिता है। सो इसलिए लिखा, हरेक आत्मे का भरोसा ना करो बल्कि आत्मिया नू पहचानो। और मुबारक है वो कलीसिया के लोग जिन्होंने खुदा ने जिहड़ा सेवक ठहराया, उस सेवक की उन्होंने पहचान हो गई और उन्होंने अपने आप को सेवक के ताबेदार उस तरह किया जिमें उस शनमी तीवी ने किया सी, जिमें इस औरत ने नबी नू समझिया तो उस नबी दे कोल आई जिहदे बारे पता सी इहदे कोल जाके ही मेरा छुटकारा हो सकता है। अपने अखां नूं बंद करांगे, सिरां झुकावांगे। मैं खुदा दे दास नूं कहांगा, ओ पुलपट ते आउण। हालेलुया।